ਵਾਪਸ ਆਉਣ ਲਈ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 37 ਹੈ। ਅਸੀਂ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਬਾਰੇ ਆਪਣੀ ਚਰਚਾ ਜਾਰੀ ਰੱਖਾਂਗੇ ਐਕਸ ਅਤੇ ਖਾਸ ਤੌਰ ਤੇ ਅੱਜ ਅਸੀਂ ਸੋਲਿਊਸ਼ਨ ਤਕਨੀਕਾਂ ਦੀ ਭਾਲ ਕਰਾਂਗੇ ਜੋ ਗੌਸ ਐਲੀਮੀਨੇਸ਼ਨ ਮੈਥਡ ਹੈ। ਇਸ ਲਈ ਅਸੀਂ ਇਸ ਗੌਸ ਐਲੀਮੀਨੇਸ਼ਨ ਮੈਥਡ ਬਾਰੇ ਗੱਲ ਕਰਾਂਗੇ ਅਤੇ ਉੱਥੇ ਅਸੀਂ ਵੇਖਾਂਗੇ ਕਿ ਇਸ ਨੂੰ ਇੱਕ ਬਹੁਤ ਹੀ ਸਿਸਟੈਮੈਟਿਕ ਐਲੀਮੀਨੇਸ਼ਨ ਟੈਕਨੀਕ ਅਤੇ ਉਸੇ ਦੀ ਸਹਾਇਤਾ ਨਾਲ ਸੋਲਿਊਸ਼ਨ ਕਿਵੇਂ ਪ੍ਰਾਪਤ ਕਰਨਾ ਹੈ। ਅਸੀਂ ਸੋਲਿਊਸ਼ਨ ਦੀ ਕੰਸਿਸਟੈਂਸੀ ਬਾਰੇ ਵੀ ਗੱਲ ਕਰਾਂਗੇ, ਜਿਸ ਦਾ ਅਰਥ ਹੈ ਇਸ ਟੈਕਨੀਕ ਦੀ ਸਹਾਇਤਾ ਨਾਲ ਸੋਲਿਊਸ਼ਨ ਦੀ ਹੋਂਦ ਅਤੇ ਗੈਰ ਹੋਂਦ ਬਾਰੇ ਅਸੀਂ ਪਛਾਣ ਕਰ ਸਕਦੇ ਹਾਂ ਕਿ ਸਿਸਟਮ ਦਾ ਕੋਈ ਸੋਲਿਊਸ਼ਨ ਹੈ ਅਤੇ ਇਹ ਯੂਨੀਕ ਹੈ ਜਾਂ ਇਸ ਦਾ ਕੋਈ ਸੋਲਿਊਸ਼ਨ ਨਹੀਂ ਹੈ। ਇਹ ਸਾਰੀ ਪਛਾਣ ਅਸੀਂ ਇਸ ਗੌਸ ਐਲੀਮੀਨੇਸ਼ਨ ਮੈਥਡ ਨਾਲ ਵੀ ਜਾਂਚ ਸਕਦੇ ਹਾਂ। ਇਸ ਲਈ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਸੋਲਿਊਸ਼ਨ ਮੈਥਡ ਸਾਡੇ ਕੋਲ ਡਿਟਰਮੀਨੈਂਟ ਮੈਥਡ ਨੂੰ ਪਸੰਦ ਕਰਨ ਲਈ ਮੂਲ ਰੂਪ ਵਿੱਚ ਹੋਰ ਮੈਥਡ ਹਨ। ਤੁਹਾਨੂੰ ਲਾਜ਼ਮੀ ਤੌਰ ਤੇ ਜਾਣੂ ਹੋਣਾ ਚਾਹੀਦਾ ਹੈ ਜਾਂ ਅਸੀਂ ਇਸ ਕਰੇਮਰ ਰੂਲ ਕਹਿੰਦੇ ਹਾਂ। ਤਾਂ ਇਸ ਡਿਟਰਮੀਨੈਂਟ ਦੀ ਸਹਾਇਤਾ ਨਾਲ ਅਸੀਂ ਸੋਲਿਊਸ਼ਨ ਪ੍ਰਾਪਤ ਕਰਦੇ ਹਾਂ ਅਤੇ ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸਾਡੇ ਕੋਲ ਇੱਕ ਸਿਸਟਮ ਹੋਵੇ ਜਿੱਥੇ ਇੱਕ ਯੂਨੀਕ ਸੋਲਿਊਸ਼ਨ ਐਗਜ਼ਿਸਟ ਹੋਵੇ। ਇਕੁਏਸ਼ਨਸ ਦਾ ਸਮਾਨ ਇਕੁਏਸ਼ਨ ਨੰਬਰ ਉਹੀ ਹੈ ਜੋ ਅਗਿਆਤਾਂ ਦੀ ਗਿਣਤੀ ਦੇ ਬਰਾਬਰ ਹੈ ਅਤੇ ਉਸ ਸਥਿਤੀ ਵਿੱਚ ਸਿਸਟਮ ਦਾ ਇੱਕ ਯੂਨੀਕ ਸੋਲਿਊਸ਼ਨ ਹੈ। ਡਿਟਰਮੀਨੈਂਟਸ ਦੀ ਇਸ ਵਿਧੀ ਦੀ ਵਰਤੋਂ ਕਰਕੇ ਛੋਟੇ ਸਿਸਟਮ ਆਫ ਇਕੁਏਸ਼ਨਸ ਦਾ ਸੋਲਿਊਸ਼ਨ ਪ੍ਰਾਪਤ ਕਰਨਾ ਸੰਭਵ ਹੈ। ਸਾਡੇ ਕੋਲ ਮੈਟ੍ਰਿਕਸ ਇਨਵਰਸ਼ਨ ਮੈਥਡ ਵੀ ਹੈ ਜਿੱਥੇ Ax ਇਸ ਸਿਸਟਮ ਦੇ b ਬਰਾਬਰ ਹੈ। ਜਦੋਂ ਸਾਡੇ ਕੋਲ ਮੈਟ੍ਰਿਕਸ ਦਾ ਇਨਵਰਸ ਹੁੰਦਾ ਹੈ ਅਸੀਂ ਹੱਲ ਕਰ ਸਕਦੇ ਹਾਂ। ਤਾਂ ਇਸ ਵਿੱਚੋਂ Ax b ਦੇ ਬਰਾਬਰ ਹੈ ਅਸੀਂ ਲਿਖ ਸਕਦੇ ਹਾਂ ਜਿਵੇਂ x ਬਰਾਬਰ A ਇਨਵਰਸ b ਅਤੇ ਇੱਕ ਵਾਰ ਜਦੋਂ ਸਾਡੇ ਕੋਲ A ਇਨਵਰਸ ਹੁੰਦਾ ਹੈ ਤਾਂ ਅਸੀਂ ਇਸ b ਨਾਲ ਗੁਣਾ ਕਰਦੇ ਹਾਂ ਅਤੇ ਫਿਰ ਅਸੀਂ x ਪ੍ਰਾਪਤ ਕਰਾਂਗੇ। ਇਸ ਲਈ ਜੇ ਸਾਡੇ ਕੋਲ A ਮੈਟ੍ਰਿਕਸ ਦਾ ਇਨਵਰਸ ਹੈ ਤਾਂ ਅਸੀਂ ਸਿਸਟਮ ਦੇ ਸੋਲਿਊਸ਼ਨ ਨੂੰ ਆਸਾਨੀ ਨਾਲ ਲਿਖ ਸਕਦੇ ਹਾਂ। ਹੁਣ ਇਹ ਥੋੜੀ ਹੋਰ ਜਨਰਲ ਸਥਿਤੀ ਹੈ ਜਿਸ ਬਾਰੇ ਅਸੀਂ ਇਸ ਗੌਸ ਐਲੀਮੀਨੇਸ਼ਨ ਮੈਥਡ ਬਾਰੇ ਗੱਲ ਕਰਾਂਗੇ। ਇਸ ਲਈ ਇੱਥੇ ਅਸੀਂ ਉਹਨਾਂ ਸਥਿਤੀਆਂ ਨਾਲ ਵੀ ਨਜਿੱਠਾਂਗੇ ਜਦੋਂ ਸਾਡੇ ਕੋਲ ਨਾਨ ਯੂਨੀਕ ਸੋਲਿਊਸ਼ਨ ਹੁੰਦੇ ਹਨ, ਜਿਸ ਦਾ ਅਰਥ ਹੈ ਅਨੰਤ ਸੋਲਿਊਸ਼ਨ ਜਾਂ ਸਿਸਟਮ ਦਾ ਕੋਈ ਸੋਲਿਊਸ਼ਨ ਨਹੀਂ ਹੈ। ਇਸ ਲਈ ਇਹ ਸਭ ਅਸੀਂ ਇਸ ਗੌਸ ਐਲੀਮੀਨੇਸ਼ਨ ਟੈਕਨੀਕ ਨਾਲ ਪਤਾ ਲਗਾ ਸਕਦੇ ਹਾਂ ਅਤੇ ਸਾਡੇ ਕੋਲ ਦੁਹਰਾਓ ਮੈਥਡ ਹਨ ਜੋ ਜੈਕੋਬੀ ਅਤੇ ਗੌਸ ਸੀਡਲ ਮੈਥਡ ਹੈ ਜਦੋਂ ਸਾਡੇ ਕੋਲ ਸਿਸਟਮ ਆਫ ਇਕੁਏਸ਼ਨਸ ਹੈ ਜਿਸ ਦੀ ਸੰਖਿਆ ਵੱਡੀ ਹੁੰਦੀ ਹੈ। ਇਸ ਲਈ ਸੱਚਮੁੱਚ ਇੱਕ ਬਹੁਤ ਵੱਡਾ ਸਿਸਟਮ ਹੈ। ਇਸ ਲਈ ਇਹ ਸਾਰੇ ਮੈਥਡ ਜੋ ਸਾਡੇ ਕੋਲ ਡਿਟਰਮੀਨੈਂਟ ਗੌਸ ਐਲੀਮੀਨੇਸ਼ਨ ਦਾ ਮੈਥਡ ਇਨਵਰਜਨ ਮੈਥਡ ਹੈ ਜੋ ਉਹ ਅਸਲ ਵਿੱਚ ਅਸਫਲ ਹੋ ਜਾਂਦੇ ਹਨ ਜਾਂ ਇਸ ਦੀ ਬਜਾਏ ਉਹਨਾਂ ਨੂੰ ਵਧੇਰੇ ਟਾਈਮ ਲੱਗਦਾ ਹੈ। ਇਸ ਲਈ ਅਸੀਂ ਇਹ ਦੁਹਰਾਓ ਵਿਧੀਆਂ ਲੈਂਦੇ ਹਾਂ। ਇਸ ਲਈ ਇੱਥੇ ਪਹਿਲੇ 3 ਵਿਧੀਆਂ ਪ੍ਰਤੱਖ ਵਿਧੀਆਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਪ੍ਰਤੱਖ ਵਿਧੀਆਂ ਦਾ ਮਤਲਬ ਹੈ ਕਿ ਅਸੀਂ ਅਸਲ ਵਿੱਚ ਇਹਨਾਂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਸਿਸਟਮ ਦਾ ਸਹੀ ਸੋਲਿਊਸ਼ਨ ਪ੍ਰਾਪਤ ਕਰਦੇ ਹਾਂ, ਜਦੋਂ ਕਿ ਇੱਥੇ ਦੁਹਰਾਓ ਵਿਧੀਆਂ ਉਹ ਸਾਨੂੰ ਦਿੱਤੇ ਗਏ ਸਿਸਟਮ ਆਫ ਇਕੁਏਸ਼ਨ ਦਾ ਅਨੁਮਾਨਿਤ ਸੋਲਿਊਸ਼ਨ ਦਿੰਦੀਆਂ ਹਨ। ਇਸ ਲਈ ਅਸੀਂ ਇਸ ਗੌਸ ਐਲੀਮੀਨੇਸ਼ਨ ਮੈਥਡ ਬਾਰੇ ਇਸ ਲੈਕਚਰ ਵਿੱਚ ਗੱਲ ਕਰਾਂਗੇ ਜੋ ਇਸ ਪ੍ਰਤੱਖ ਵਿਧੀਆਂ ਦੀ ਸ਼੍ਰੇਣੀ ਵਿੱਚ ਇੱਕ ਬਹੁਤ ਜਨਰਲ ਹੈ ਅਤੇ ਅਸੀਂ ਇਸ ਟੈਕਨੀਕ ਵਿੱਚ ਕੁਝ ਐਲੀਮੈਂਟਰੀ ਰੋ ਆਪਰੇਸ਼ਨਸ ਬਾਰੇ ਵੀ ਗੱਲ ਕਰਾਂਗੇ। ਤਾਂ ਐਲੀਮੈਂਟਰੀ ਰੋ ਆਪਰੇਸ਼ਨਸ ਤੋਂ ਸਾਡਾ ਕੀ ਮਤਲਬ ਹੈ? ਇਸ ਲਈ ਅਸੀਂ ਮੈਟ੍ਰਿਕਸ A ਦੀ i, ਮੀ ਅਤੇ j ਮੀ ਰੋ ਨੂੰ ਇੰਟਰਚੇਂਜ ਕਰ ਸਕਦੇ ਹਾਂ ਅਤੇ ਜੇ ਸਿਸਟਮ ਆਫ ਇਕੁਏਸ਼ਨਸ ਤੇ ਵਾਪਸ ਜਾ ਰਹੇ ਹਾਂ ਕਿਉਂਕਿ ਸਿਸਟਮ ਆਫ ਇਕੁਏਸ਼ਨਸ ਲਈ ਅਸੀਂ ਮੈਟ੍ਰਿਕਸ A ਲਿਖ ਰਹੇ ਹਾਂ। ਇਸ ਲਈ ਇਸ ਰੋ ਨੂੰ ਬਦਲਣਾ ਕੁਝ ਵੀ ਨਹੀਂ ਹੈ, ਸਗੋਂ ਉਦਾਹਰਣ ਵਜੋਂ ਸਿਰਫ ਦੂਜੀ ਸਮੀਕਰਨ ਪਹਿਲੇ ਸਥਾਨ ਤੇ ਅਤੇ ਪਹਿਲੀ ਸਮੀਕਰਨ ਦੂਜੇ ਸਥਾਨ ਤੇ ਲਿਖਣਾ ਹੈ। ਇਸ ਲਈ ਇਸ ਦਾ ਸੋਲਿਊਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਹ ਠੀਕ ਐਲੀਮੈਂਟਰੀ ਰੋ ਆਪਰੇਸ਼ਨਸ ਦੀਆਂ ਟਰਮਜ਼ ਵਿੱਚ ਮੈਟ੍ਰਿਕਸ ਦੇ ਨਾਲ ਕੀਤਾ ਜਾਏਗਾ ਜੋ ਅਸੀਂ ਬਦਲ ਸਕਦੇ ਹਾਂ। ਅਸੀਂ ਮੈਟ੍ਰਿਕਸ ਦੀਆਂ ਕਿਸੇ ਵੀ 2 ਰੋਜ਼ ਨੂੰ ਇੰਟਰਚੇਂਜ ਕਰ ਸਕਦੇ ਹਾਂ। ਦੂਜੀ ਜਿਸ ਨੂੰ ਅਸੀਂ i, ਮੀ ਰੋ ਨੂੰ ਮਤਲਬ ਕਿਸੇ ਵੀ ਰੋ ਨੂੰ ਨਾਨ-ਜ਼ੀਰੋ ਸੰਖਿਆ ਲੈਂਬਡਾ ਦੁਆਰਾ ਗੁਣਾ ਕਰ ਸਕਦੇ ਹਾਂ ਅਤੇ ਇਹ ਬਿਲਕੁਲ ਇਹ ਕਹਿਣ ਦੇ ਬਰਾਬਰ ਹੈ ਕਿ ਸਾਡੇ ਕੋਲ ਉਹ ਇਕੁਏਸ਼ਨ ਹਨ ਅਤੇ ਅਸੀਂ ਕਿਸੇ ਵੀ ਇਕੁਏਸ਼ਨ ਨੂੰ ਕਿਸੇ ਸੰਖਿਆ ਨਾਲ ਗੁਣਾ ਕਰ ਰਹੇ ਹਾਂ ਅਤੇ ਦੁਬਾਰਾ ਉਸ ਸਿਸਟਮ ਦਾ ਸੋਲਿਊਸ਼ਨ ਰਹੇਗਾ। ਮੈਟ੍ਰਿਸਿਸ ਦੀਆਂ ਟਰਮਜ਼ ਵਿੱਚ ਅਸੀਂ ਉਸ ਆਪਰੇਸ਼ਨ ਦੇ ਨਾਲ ਉਹੀ ਰਹਿੰਦੇ ਹਾਂ। ਅਸੀਂ ਇਸ ਰੋ ਆਪਰੇਸ਼ਨ ਬਾਰੇ ਗੱਲ ਕਰਦੇ ਹਾਂ ਜੋ ਕਿ i ਹੈ। ਹੁਣ i ਮੀ ਰੋ ਲੈਂਬਡਾ ਟਾਈਮਸ ri ਦੀ ਤਰ੍ਹਾਂ ਬਣ ਗਈ ਹੈ। ਇਸ ਲਈ ਅਸੀਂ ਹੁਣੇ ਲੈਂਬਡਾ ਨੂੰ ਸਮੀਕਰਨ ri ਇੱਕ ਨਾਨ-ਜ਼ੀਰੋ
ਸੰਖਿਆ ਨਾਲ ਗੁਣਾ ਕੀਤਾ ਹੈ। ਇੱਥੇ ਜੋੜ ਲੈਂਬਡਾ ਟਾਈਮਸ ਜੇ ਰੋ ਤੋਂ I ਰੋ ਤੱਕ ਹੈ। ਇਸ ਲਈ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਜੇ ਰੋ ਨੂੰ ਇੱਕ ਸੰਖਿਆ ਲੈਂਬਡਾ ਨਾਲ ਦੁਬਾਰਾ ਨਾਨ-ਜ਼ੀਰੋ ਸੰਖਿਆ ਲੈਂਬਡਾ ਨਾਲ ਗੁਣਾ ਕਰਾਂਗੇ। ਕਿਉਂਕਿ ਜੇ ਲੈਂਬਡਾ 0 ਹੈ ਤਾਂ ਅਸੀਂ ਇਸ I ਵਿੱਚ ਕੁਝ ਨਹੀਂ ਜੋੜ ਰਹੇ। ਇਸ ਲਈ ਇਹ ਲੈਂਬਡਾ ਟਾਈਮਸ ਜੇ ਰੋ ਹੈ ਅਤੇ ਅਸੀਂ ਇਸ ਨੂੰ I ਰੋ ਵਿੱਚ ਜੋੜਾਂਗੇ। ਅਤੇ ਆਪਰੇਸ਼ਨ ਦੀਆਂ ਟਰਮਜ਼ ਵਿੱਚ ਅਸੀਂ ਲਿਖਦੇ ਹਾਂ ਜਿਵੇਂ ਕਿ ਹੁਣ Ri ਜੋੜ ਲੈਂਬਡਾ ਇਹ ਬਣ ਗਈ ਹੈ। ਇਸ ਲਈ ਅਸੀਂ ਇਸ Rj ਨੂੰ Ri ਵਿੱਚ ਲੈਂਬਡਾ ਟਾਈਮਸ ਜੋੜਿਆ ਹੈ। ਇਸ ਲਈ ਰੋ R ਦਾ ਅਰਥ ਹੈ ਰੋ ਇਸ ਲਈ I ਰੋ, ਜਿਸ ਵਿੱਚ ਅਸੀਂ ਇਸ ਲੈਂਬਡਾ ਟਾਈਮਸ ਇਸ ਜੇ ਰੋ ਨੂੰ ਜੋੜਿਆ ਹੈ। ਅਤੇ ਨਵੀਂ Ri ਬਣੇਗੀ। ਇਸ ਲਈ ਇਹ ਇੱਥੇ ਐਲੀਮੈਂਟਰੀ ਰੋ ਆਪਰੇਸ਼ਨਸ ਹਨ ਜੋ ਅਸੀਂ ਇਸ ਗੌਸ ਐਲੀਮੀਨੇਸ਼ਨ ਮੈਥਡ ਲਈ ਵਰਤਾਂਗੇ। ਆਓ ਇਸ ਨੂੰ ਸਰਲ ਉਦਾਹਰਣ ਦੀ ਸਹਾਇਤਾ ਨਾਲ ਸਮਝਾਉਂਦੇ ਹਾਂ ਅਤੇ ਫਿਰ ਸ਼ਾਇਦ ਅਗਲੇ ਲੈਕਚਰ ਵਿੱਚ ਵਧੇਰੇ ਜਨਰਲ ਸਮੱਸਿਆਵਾਂ ਲਈ ਜਾਵਾਂਗੇ। ਇਸ ਲਈ ਇੱਥੇ ਅਸੀਂ ਇੱਕ ਬਹੁਤ ਹੀ ਸਰਲ ਉਦਾਹਰਣ ਲੈਂਦੇ ਹਾਂ। ਇਸ ਲਈ ਸਾਡੇ ਕੋਲ 3 ਸਮੀਕਰਨਾਂ x1 ਪਲੱਸ x2 ਪਲੱਸ x3 ਇਕੁਅਲ 4 ਅਤੇ 2x1 ਪਲੱਸ 3x2 ਪਲੱਸ x ਇਕੁਅਲ 7 ਅਤੇ ਸਾਡੇ ਕੋਲ ਤੀਜੀ ਇਕੁਏਸ਼ਨ x1 ਪਲੱਸ 2x2 ਪਲੱਸ 3x3 9 ਦੇ ਇਕੁਅਲ ਹੈ। ਪਹਿਲਾਂ ਅਸੀਂ ਇਸ ਇਕੁਏਸ਼ਨ ਨੂੰ ਇਸ ਮੈਟ੍ਰਿਕਸ ਰੂਪ ਵਿੱਚ ਲਿਖਦੇ ਹਾਂ ਜਿੱਥੇ ਅਸੀਂ ਇਕੁਏਸ਼ਨ ਸੱਜੇ ਪਾਸੇ ਆਗਮੈਂਟ 4 7 9 ਨੂੰ ਵੀ ਲਿਖਦੇ ਹਾਂ। ਇਸ ਲਈ ਇੱਥੇ ਰਾਈਟ ਹੈਂਡ ਸਾਈਡ ਮੈਂ ਅਸਲ ਵਿੱਚ ਉਹੀ ਕਰ ਰਿਹਾ ਹਾਂ ਜੋ ਅਸੀਂ ਗੌਸ ਐਲੀਮੀਨੇਸ਼ਨ ਮੈਥਡ ਵਿੱਚ ਕਰਦੇ ਹਾਂ ਅਤੇ ਲੈਫਟ ਹੈਂਡ ਸਾਈਡ ਸਿੱਧੇ ਤੌਰ ਤੇ ਸਮੀਕਰਨਾਂ ਦੇ ਨਾਲ ਉਹੀ ਕਰ ਰਿਹਾ ਹੋਵੇਗਾ। ਇਸ ਲਈ ਇਹ ਸਮਝਣਾ ਆਸਾਨ ਹੈ ਕਿ ਇਹ ਗੌਸ ਐਲੀਮੀਨੇਸ਼ਨ ਬਹੁਤਾ ਗੁੰਝਲਦਾਰ ਨਹੀਂ ਹੈ ਪਰ ਇਹ ਸਿਸਟੇਮੈਟਿਕ ਰੂਪ ਵਿੱਚ ਵੇਰੀਏਬਲਸ ਨੂੰ ਖਤਮ ਕਰਨ ਵਰਗਾ ਹੈ। ਇਸ ਲਈ ਇੱਥੇ ਸਾਡੇ ਕੋਲ ਪਹਿਲਾ ਹੈ ਜੋ ਪਹਿਲਾ ਸਟੈਪ ਹੋਵੇਗਾ ਕਿ ਸਾਨੂੰ ਇਸ ਸੰਯੁਕਤ ਮੈਟ੍ਰਿਕਸ ਨੂੰ ਲਿਖਣਾ ਪਵੇਗਾ, ਜਾਂ ਜਿਸਨੂੰ ਆਗਮੈਂਟਡ ਮੈਟ੍ਰਿਕਸ ਵੀ ਕਹਿੰਦੇ ਹਨ। ਇਸ ਰੂਪ ਵਿੱਚ ਤਾਂ ਸਾਡੇ ਕੋਲ ਕੋਐਫੀਸ਼ੀਐਂਟ ਮੈਟ੍ਰਿਕਸ ਹੈ ਜੋ ਸਾਡੀ ਮੈਟ੍ਰਿਕਸ A ਹੈ। ਜੇ ਅਸੀਂ ਇਸ ਸਿਸਟਮ ਆਫ ਇਕੁਏਸ਼ਨਸ ਨੂੰ ਇਨਟੂ Ax ਇਕੁਅਲ B ਦੇ ਰੂਪ ਵਿੱਚ ਲਿਖਦੇ ਹਾਂ ਤਾਂ ਇਹ 1 1 1 ਦੀ ਸਥਿਤੀ ਵਿੱਚ ਹੋਣ ਜਾ ਰਿਹਾ ਹੈ ਤਾਂ ਸਾਡੇ ਕੋਲ 2 3 1 ਅਤੇ 1 2 3 ਹੈ ਤਾਂ A ਮੈਟ੍ਰਿਕਸ ਅਤੇ ਫਿਰ ਰਾਈਟ ਹੈਂਡ ਸਾਈਡ ਵੈਕਟਰ 4 7 9 ਹੈ। ਇਸ ਲਈ ਇਹ ਦੋਵੇਂ ਮੈਟ੍ਰਿਕਸ A ਅਤੇ ਮੈਟ੍ਰਿਕਸ B ਵਿੱਚ ਮੂਲ ਰੂਪ ਵਿੱਚ ਦਿੱਤੇ ਗਏ ਸਿਸਟਮ ਆਫ ਇਕੁਏਸ਼ਨਸ ਦੀ ਸਾਰੀ ਜਾਣਕਾਰੀ ਹੈ। ਅਤੇ ਅਸੀਂ ਆਗਮੈਂਟਡ ਮੈਟ੍ਰਿਕਸ ਵਿੱਚ ਕੀ ਕਰਦੇ ਹਾਂ, ਅਸੀਂ ਮੂਲ ਰੂਪ ਵਿੱਚ ਇਸ ਨੂੰ ਇੱਥੇ ਇਕੱਤਰ ਕਰਦੇ ਹਾਂ। ਇਸ ਲਈ ਇਹ ਬਿਲਕੁਲ A 1 1 1 2 3 1 ਅਤੇ 1 2 3 ਹੈ। ਅਤੇ ਇਸ B ਸਾਡੇ ਕੋਲ ਇੱਥੇ ਉਸੇ ਮੈਟ੍ਰਿਕਸ ਦੇ ਨਾਲ ਵਾਧੂ ਕਾਲਮ ਦੇ ਰੂਪ ਵਿੱਚ ਆਗਮੈਂਟਡ ਹੈ। ਇਸ ਲਈ 4 7 ਅਤੇ 9 ਹੈ। ਇਸ ਲਈ ਇਸ ਮੈਟ੍ਰਿਕਸ ਨੂੰ ਅਸੀਂ ਆਗਮੈਂਟਡ ਮੈਟ੍ਰਿਕਸ ਕਹਿੰਦੇ ਹਾਂ। ਇਸ ਲਈ ਇੱਥੇ ਅਸੀਂ ਹੁਣ ਕੀ ਕਰਾਂਗੇ ਕਿ ਲੈਫਟ ਹੈਂਡ ਸਾਈਡ ਇਕੁਏਸ਼ਨਸ ਦੇ ਨਾਲ ਜਿਵੇਂ ਕਿ ਮੈਂ ਇਕੁਏਸ਼ਨ ਦੇ ਨਾਲ ਸਭ ਕੁਝ ਕਿਹਾ ਹੈ ਅਤੇ ਫਿਰ ਅਸੀਂ ਇਸ ਮੈਟ੍ਰਿਕਸ ਦੇ ਰੂਪ ਵਿੱਚ ਅਨੁਵਾਦ ਕਰਾਂਗੇ ਅਤੇ ਇਸ ਲਈ ਗੌਸ ਐਲੀਮੀਨੇਸ਼ਨ ਟੈਕਨੀਕ ਕਹਿੰਦੇ ਹਨ। ਇਸ ਲਈ ਇੱਥੇ ਅਸੀਂ ਇਸ ਇਕੁਏਸ਼ਨ ਨੰਬਰ 1 ਦੀ ਸਹਾਇਤਾ ਨਾਲ ਹੁਣ ਕੀ ਕਰ ਰਹੇ ਹਾਂ, ਅਸੀਂ ਇਕੁਏਸ਼ਨ ਨੰਬਰ 2 ਤੋਂ ਇਸ x1 ਵੇਰੀਏਬਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ ਸਾਨੂੰ ਅਸਲ ਵਿੱਚ ਕੀ ਕਰਨਾ ਚਾਹੀਦਾ ਹੈ, ਜੇਕਰ ਤੁਸੀਂ ਇਸ ਇਕੁਏਸ਼ਨ ਨੂੰ 1/2 ਨਾਲ ਗੁਣਾ ਕਰਦੇ ਹੋ ਅਤੇ ਫਿਰ ਇਸ ਇਕੁਏਸ਼ਨ ਨੂੰ ਇਕੁਏਸ਼ਨ ਨੰਬਰ 2 ਵਿੱਚੋਂ ਸਬਟਰੈਕਟ ਕਰੋ। ਇਸ ਲਈ ਸਾਡੇ ਕੋਲ ਹੁਣ ਇਕੁਏਸ਼ਨ ਨੰਬਰ 2 ਇਕੁਏਸ਼ਨ ਨੰਬਰ 2 ਇਹ 2 ਟਾਈਮਸ ਅਤੇ ਇਕੁਏਸ਼ਨ ਨੰਬਰ 1 ਬਣ ਜਾਵੇਗੀ। ਇਸ ਲਈ ਅਸੀਂ ਇੱਥੇ ਇਹ ਮੈਨੀਪਿਊਲੇਸ਼ਨ ਕੀਤੀ ਹੈ। ਇਸ ਲਈ 2 ਟਾਈਮਸ ਇਕੁਏਸ਼ਨ ਨੰਬਰ 1 ਅਤੇ ਫਿਰ ਅਸੀਂ ਇੱਥੇ ਸਬਟਰੈਕਟ ਕਰਾਂਗੇ। ਇਸ ਲਈ ਇਹ ਇੱਥੇ ਰੱਦ ਹੋ ਜਾਵੇਗਾ, ਸਾਨੂੰ ਮਿਲੇਗਾ 2x2 ਅਤੇ ਫਿਰ ਇੱਥੇ 3x3 ਹੈ। ਇਸ ਲਈ ਜਦੋਂ ਅਸੀਂ ਸਬਟਰੈਕਟ ਕਰਦੇ ਹਾਂ ਤਾਂ ਇੱਥੇ x2 ਪ੍ਰਾਪਤ ਕਰਦੇ ਹਾਂ ਅਤੇ ਫਿਰ ਸਾਡੇ ਕੋਲ 2x2 ਅਤੇ ਇਹ x3 ਹੈ ਤਾਂ -x3 ਪ੍ਰਾਪਤ ਕਰਾਂਗੇ ਅਤੇ ਫਿਰ ਇੱਥੇ 7 8 ਹੈ। ਇਸ ਲਈ ਇਹ -1 ਹੋਵੇਗਾ। ਇਸ ਲਈ ਅਸੀਂ ਹੁਣੇ ਇਸ ਆਪਰੇਸ਼ਨ ਨੂੰ ਕੀਤਾ ਹੈ ਕਿ ਅਸੀਂ ਇਕੁਏਸ਼ਨ ਨੂੰ ਨੰਬਰ 1/2 ਨਾਲ ਗੁਣਾ ਕੀਤੀ ਹੈ ਅਤੇ ਫਿਰ ਇਕੁਏਸ਼ਨ ਨੰਬਰ 2 ਤੋਂ ਇਸ ਨੂੰ ਸਬਟਰੈਕਟ ਕਰੋ। ਹੁਣ ਅਸੀਂ ਇਸ ਇਕੁਏਸ਼ਨ ਨੰਬਰ 3 ਨਾਲ ਵੀ ਇਹੀ ਕਰਾਂਗੇ। ਅਸੀਂ ਇੱਥੇ ਵੀ ਦੁਬਾਰਾ ਇਸ x1 ਨੂੰ ਖਤਮ ਕਰਨਾ ਚਾਹੁੰਦੇ ਹਾਂ ਪਰ ਇਹ ਫਿਰ ਇਕੁਏਸ਼ਨ ਨੰਬਰ 1 ਦੀ ਮਦਦ ਨਾਲ ਆਸਾਨ ਹੈ।
ਇਸ ਲਈ ਇੱਥੇ ਅਸੀਂ ਇਕੁਏਸ਼ਨ ਨੰਬਰ 3 ਤੋਂ ਇਕੁਏਸ਼ਨ ਨੰਬਰ 1 ਨੂੰ ਸਬਟਰੈਕਟ ਕਰਾਂਗੇ। ਇਸ ਲਈ ਅਸੀਂ ਇੱਥੇ ਸਿਰਫ x2 ਪ੍ਰਾਪਤ ਕਰਾਂਗੇ, ਤਾਂ 2x2 x2 3 x3 ਜੋ ਕਿ 2 3 9 ਘਟਾਓ 4 ਜੋ ਕਿ 5 ਹੈ। ਇਸ ਲਈ ਸਾਡੇ ਕੋਲ ਇੱਥੇ ਇੱਕ ਨਵਾਂ ਸਿਸਟਮ ਹੈ, ਜਿੱਥੇ ਅਸੀਂ ਇਕੁਏਸ਼ਨ ਨੰਬਰ 2 ਅਤੇ ਇਕੁਏਸ਼ਨ ਨੰਬਰ 3 ਤੋਂ ਵੇਰੀਏਬਲ x1 ਨੂੰ ਖਤਮ ਕਰ ਦਿੱਤਾ ਹੈ। ਅਤੇ ਇਹ ਪ੍ਰਕਿਰਿਆ ਅਸਲ ਵਿੱਚ ਹੁਣ ਇਕੁਏਸ਼ਨ ਨੰਬਰ 2 ਅਤੇ ਇਕੁਏਸ਼ਨ ਨੰਬਰ 3 ਤੋਂ ਕੰਟੀਨਿਊ ਰਹੇਗੀ। ਇਸ ਲਈ ਹੁਣ ਇਕੁਏਸ਼ਨ ਨੰਬਰ 2 ਦੀ ਮਦਦ ਨਾਲ, ਇਸ ਲਈ ਇਕੁਏਸ਼ਨ ਨੰਬਰ 1 ਜੋ ਅਸੀਂ x1 ਨੂੰ 2 ਅਤੇ 3 ਵਿੱਚੋਂ ਖਤਮ ਕਰਨ ਲਈ ਹੈ, ਹੁਣ ਅਸੀਂ ਇਕੁਏਸ਼ਨ ਨੰਬਰ 2 ਤੇ ਇਕੁਏਸ਼ਨ ਨੰਬਰ 3 ਤੋਂ x2 ਨੂੰ ਖਤਮ ਕਰਨ ਬਾਰੇ ਵਿਚਾਰ ਕਰਾਂਗੇ ਜੋ ਅਗਲਾ ਸਟੈਪ ਹੋਵੇਗਾ। ਪਰ ਹੁਣ ਅਗਲੇ ਸਟੈਪ ਤੇ ਜਾਣ ਤੋਂ ਪਹਿਲਾਂ ਆਓ ਇਸ ਨੂੰ ਮੈਟ੍ਰਿਕਸ ਦੀਆਂ ਟਰਮਜ਼ ਵਿੱਚ ਵੇਖੀਏ ਜੋ ਅਸੀਂ ਕਰਦੇ ਹਾਂ। ਅਸੀਂ ਹੁਣ ਇਹ ਐਲੀਮੈਂਟਰੀ ਰੋ ਆਪਰੇਸ਼ਨ ਲਗਾਵਾਂਗੇ ਕਿ ਇਹ ਰੋ 2 ਹੁਣ ਰੋ 2 2 r1 ਹੋ ਜਾਵੇਗੀ। ਇਸ ਲਈ 2 ਟਾਈਮਜ਼ ਇਕੁਏਸ਼ਨਜ਼ 2 ਟਾਈਮਜ਼ ਰੋ 1 ਹਨ, ਅਤੇ ਇਹ r2 ਇਸ ਲਈ r2 2 ਅਤੇ n-2 ਟਾਈਮਸ ਇਹ 1 ਹੈ ਤਾਂ 2 2 ਜੋ ਕਿ 0 ਹੈ, ਇਸ ਲਈ ਇਹ ਇੱਥੇ 0 ਹੋ ਜਾਵੇਗਾ, ਅਤੇ ਇੱਥੇ ਦੁਬਾਰਾ, ਅਤੇ ਸਾਡੇ ਕੋਲ ਹੋਰ ਆਪਰੇਸ਼ਨ ਹੋਣਗੇ ਜੋ ਤੀਜੀ ਇਕੁਏਸ਼ਨ ਤੋਂ ਇਸ ਐਲੀਮੀਨੇਸ਼ਨ ਦੇ ਅਨੁਸਾਰੀ ਸੀ। ਅਸੀਂ ਰੋ 3 ਰੋ 1 ਨੂੰ ਸਰਲ ਕਰਾਂਗੇ। ਇਸ ਲਈ ਇਹ 2 ਐਲੀਮੈਂਟਰੀ ਆਪਰੇਸ਼ਨ ਜੋ ਅਸੀਂ ਹੁਣ ਕਰਾਂਗੇ ਜੋ ਕਿ ਇਕੁਏਸ਼ਨਜ਼ ਦੇ ਨਾਲ ਅਸੀਂ ਕੀਤਾ ਹੈ ਦੇ ਪੈਰਲਲ ਹਨ। ਇਸ ਲਈ ਅਸੀਂ ਇਸ ਤਰ੍ਹਾਂ ਕੀ ਪ੍ਰਾਪਤ ਕਰਾਂਗੇ, ਜਦੋਂ ਅਸੀਂ ਇੱਥੇ ਪਹਿਲਾ ਆਪਰੇਸ਼ਨ r ਤੋਂ r1 ਲਗਾਉਂਦੇ ਹਾਂ ਤਾਂ r ਤੋਂ -2 ਟਾਈਮਸ r1 ਇਕੁਏਸ਼ਨ ਨੰਬਰ 1। ਇਸ ਲਈ ਇੱਥੇ ਸਾਡੇ ਕੋਲ 2 2 ਹਨ ਜੋ ਕਿ 0 ਹੈ, ਫਿਰ ਇੱਥੇ 3 2 ਇੱਥੇ 1 ਹੈ ਅਤੇ 1 2 ਜੋ ਇੱਥੇ 1 ਹੈ, ਅਤੇ ਫਿਰ ਸਾਡੇ ਕੋਲ 7 8 ਜੋ ਕਿ -1 ਹੈ, ਅਤੇ ਇਹ ਜਗ੍ਹਾ ਸਿਰਫ ਅਸੀਂ ਰੋ 1 ਨੂੰ ਸਬਟਰੈਕਟ ਕਰਦੇ ਹਾਂ। ਇਸ ਲਈ ਇੱਥੇ 1 1 0 ਹੈ, ਫਿਰ ਸਾਡੇ ਕੋਲ ਇਹ 2 1 1 ਹੈ, ਅਤੇ ਫਿਰ 3 1 ਇਹ ਇੱਥੇ 2 ਹੈ, ਅਤੇ ਫਿਰ ਸਾਡੇ ਕੋਲ 9 4 ਜੋ ਇੱਥੇ 5 ਹਨ। ਇਸ ਲਈ ਇਹ ਉਹ ਐਲੀਮੈਂਟਰੀ ਆਪਰੇਸ਼ਨ ਹੈ ਜੋ ਸਾਡੇ ਕੋਲ ਇਸ ਔਗਮੈਂਟਡ ਮੈਟ੍ਰਿਕਸ ਇਨਟੂ ਇਸ ਰੂਪ ਵਿੱਚ ਰਿਡਿਊਸ ਕਰਨ ਲਈ ਇੱਥੇ ਬਣਾਇਆ ਗਿਆ ਹੈ। ਅਤੇ ਹੁਣ ਅਗਲਾ ਹੈ ਜਿਵੇਂ ਕਿ ਮੈਂ ਪਹਿਲਾਂ ਇਕੁਏਸ਼ਨ 2 ਦੀ ਮਦਦ ਨਾਲ ਕਿਹਾ ਸੀ, ਅਸੀਂ ਇਕੁਏਸ਼ਨ ਨੰਬਰ 3 ਤੋਂ x2 ਨੂੰ ਖਤਮ ਕਰਾਂਗੇ। ਇਸ ਲਈ ਸਾਡੇ ਕੋਲ ਇਹ ਪਹਿਲੀ ਇਕੁਏਸ਼ਨ x1 x2 x3 4 ਦੇ ਇਕੁਅਲ ਹੈ। ਸਾਡੇ ਕੋਲ ਦੂਜੀ ਇਕੁਏਸ਼ਨ ਹੈ, ਅਸੀਂ ਅਜਿਹਾ x ਤੋਂ -x3 ਨੂੰ 1 ਦੇ ਇਕੁਅਲ ਨਹੀਂ ਕਰਾਂਗੇ, ਅਤੇ ਹੁਣ ਅਸੀਂ ਜੋ ਕਰਾਂਗੇ ਉਹ ਇਸ x2 ਨੂੰ ਸਮੀਕਰਨ ਨੰਬਰ 3 ਤੋਂ ਖਤਮ ਕਰ ਦੇਵੇਗਾ, ਜਿਸ ਦਾ ਮਤਲਬ ਹੈ ਇਹ ਇਕੁਏਸ਼ਨ ਨੰਬਰ 3 ਇਕੁਏਸ਼ਨ ਨੰਬਰ 2 ਹੈ। ਇਸ ਲਈ ਇਹ 0 ਹੋ ਜਾਵੇਗਾ ਤਾਂ ਇੱਥੇ ਕੋਈ x ਨਹੀਂ ਹੋਵੇਗਾ। ਜਦੋਂ ਅਸੀਂ ਇਸ ਨੂੰ ਸਬਟਰੈਕਟ ਕਰਾਂਗੇ ਇਹ 3x3 ਹੋਵੇਗਾ, ਅਤੇ ਇੱਥੇ ਇਹ 6 ਹੋਵੇਗਾ। ਇਸ ਲਈ ਸਾਡੇ ਕੋਲ ਹੁਣ ਇਹ ਸਿਸਟਮ ਹੈ ਜਿੱਥੇ ਤੀਜੇ ਤੋਂ ਇਕੁਏਸ਼ਨ x1 2 ਨੂੰ ਦੂਜੀ ਇਕੁਏਸ਼ਨ x1 ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਪਹਿਲੀ ਇਕੁਏਸ਼ਨ ਬਰਕਰਾਰ ਰਹਿੰਦੀ ਹੈ ਪਹਿਲਾਂ ਦੀ ਤਰ੍ਹਾਂ। ਇਸ ਲਈ ਦੁਬਾਰਾ ਫਿਰ ਉਹੀ ਆਪਰੇਸ਼ਨ ਰੋ ਆਪਰੇਸ਼ਨ ਦੀਆਂ ਟਰਮਜ਼ ਵਿੱਚ ਅਸੀਂ r3 r2 ਦੀ ਤਰ੍ਹਾਂ ਲਿਖਾਂਗੇ। ਹੁਣ ਇਕੁਏਸ਼ਨ ਨੰਬਰ r3 r2 ਬਣ ਜਾਵੇਗੀ। ਇਸ ਲਈ ਅਸੀਂ ਇਸ ਰੂਪ ਵਿੱਚ ਲਿਖਦੇ ਹਾਂ। ਇਸ ਲਈ ਸਾਡੇ ਕੋਲ ਪਹਿਲੀਆਂ 2 ਰੋਜ਼ ਹਨ ਕਿਉਂਕਿ ਇਹ ਇੱਥੇ ਪਹਿਲੀਆਂ 2 ਰੋਜ਼ ਹੋਣਗੀਆਂ, ਅਤੇ ਫਿਰ ਤੀਜੀ ਇੱਕ ਸਾਡੇ ਕੋਲ ਇੱਥੇ 3 r2 ਹੋਵੇਗੀ। ਇਸ ਲਈ ਅਸੀਂ ਰੋ 2 ਨੂੰ ਸਬਟਰੈਕਟ ਕਰਦੇ ਹਾਂ। ਇੱਥੇ ਸੁਭਾਵਿਕ ਤੌਰ ਤੇ 0 0 ਇੱਥੇ 1 1 0 ਹੈ, 2 1 ਜੋ 3 ਹੈ, ਅਤੇ 5 1 ਜੋ 6 ਹੋਵੇਗਾ। ਇਸ ਲਈ ਸਾਡੇ ਕੋਲ ਇਹ ਇਕੁਏਸ਼ਨ ਦੇ ਅਨੁਸਾਰੀ ਇਹ ਔਗਮੈਂਟਡ ਮੈਟ੍ਰਿਕਸ ਹੈ। ਅਤੇ ਹੁਣ ਅਗਲਾ ਇਸ ਲਈ ਸਾਡੇ ਕੋਲ ਇੱਥੇ ਇਹ ਰਿਡਿਊਸਡ ਸਿਸਟਮ ਹੈ ਜਾਂ ਅਨੁਸਾਰੀ ਔਗਮੈਂਟਡ ਮੈਟ੍ਰਿਕਸ। ਅਤੇ ਹੁਣ ਇਹ ਇੱਕ ਸਟੈਪ ਹੈ ਜੋ ਸਾਨੂੰ ਇਸ ਔਗਮੈਂਟਡ ਮੈਟ੍ਰਿਕਸ ਨਾਲ ਸ਼ੁਰੂ ਕਰਨ ਅਤੇ ਇਸ ਰੂਪ ਵਿੱਚ ਰਿਡਿਊਸ ਕਰਨ ਲਈ ਇਸ ਗੌਸ ਐਲੀਮੀਨੇਸ਼ਨ ਵਿੱਚ ਕਰਨਾ ਪਵੇਗਾ, ਜਿਸ ਨੂੰ ਅਸੀਂ ਐਸ਼ਲੋਨ ਫੋਰਮ ਕਹਿੰਦੇ ਹਾਂ। ਇਸ ਲਈ ਇਹ ਹੈ ਕਿ ਅਸੀਂ ਅਗਲੇ ਲੈਕਚਰ ਵਿੱਚ ਇਸ ਚਰਚਾ ਨੂੰ ਕੰਟੀਨਿਊ ਰੱਖਾਂਗੇ। ਜਨਰਲ ਅਸਲ ਐਸ਼ਲੋਨ ਫੋਰਮ ਕੀ ਹੈ? ਇਸ ਲਈ ਇਸ ਸਥਿਤੀ ਵਿੱਚ ਹੁਣ ਕੱਚੇ ਤੌਰ ਤੇ ਬੋਲਦੇ ਹੋਏ ਸਾਨੂੰ ਇਹ ਵੇਖਣਾ ਪਵੇਗਾ ਕਿ ਕੀ ਸਾਨੂੰ ਇਹ ਐਸ਼ਲੋਨ ਫੋਰਮ ਮਿਲੀ ਹੈ। ਇਸ ਲਈ ਹਮੇਸ਼ਾ ਸਾਡੇ ਕੋਲ ਐਸ਼ਲੋਨ ਲਈ ਇਹ ਸਟਰਕਚਰ ਰਹੇਗੀ। ਇਹ ਸਟੈਪ ਇਸ ਐਸ਼ਲੋਨ ਫੋਰਮ ਦੀ ਸਟਰਕਚਰ ਵਾਂਗ ਹੈ। ਇਸ ਲਈ ਇੱਥੇ ਕੁਝ ਨਾਨ ਜ਼ੀਰੋ, ਹਰ ਚੀਜ਼ 0, ਫਿਰ ਇੱਥੇ ਵੀ ਫਿਰ ਸਭ ਕੁਝ 0 ਹੈ ਅਤੇ ਫਿਰ ਸਭ ਕੁਝ 0 ਹੈ, ਅਤੇ ਸੁਭਾਵਿਕ ਤੌਰ ਤੇ ਲੈਫਟ ਹੈਂਡ ਸਾਈਡ। ਇਸ ਲਈ ਸਾਡੇ ਕੋਲ ਸਿਸਟਮ ਦੀ ਇਹ ਐਸ਼ਲੋਨ ਫੋਰਮ ਹੈ। ਅਤੇ ਇੱਕ ਵਾਰ ਜਦੋਂ ਅਸੀਂ ਇਸ ਐਸ਼ਲੋਨ ਫੋਰਮ ਤੇ ਪਹੁੰਚ ਜਾਂਦੇ ਹਾਂ,
ਅਸੀਂ ਸੋਲਿਊਸ਼ਨ ਨੂੰ ਬਹੁਤ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਪਹਿਲਾਂ ਆਓ ਇਕੁਏਸ਼ਨਜ਼ ਨਾਲ ਵੇਖੀਏ ਕਿ ਹੁਣ ਸੋਲਿਊਸ਼ਨ ਕਿਵੇਂ ਪ੍ਰਾਪਤ ਕਰਨਾ ਹੈ। ਇਸ ਲਈ, ਸੋਲਿਊਸ਼ਨ ਆਖਰੀ ਇਕੁਏਸ਼ਨ ਤੋਂ ਆਵੇਗਾ ਜੋ ਅਸੀਂ ਸਿੱਧੇ ਤੌਰ ਤੇ ਆਪਣੇ x3 ਨੂੰ ਲਿਖ ਸਕਦੇ ਹਾਂ। ਇਸ ਲਈ x3 6/3 ਹੋਵੇਗਾ ਜੋ 2 ਹੈ। ਅਤੇ ਇਕੁਏਸ਼ਨ ਨੰਬਰ 2 ਤੋਂ ਅਸੀਂ ਹੁਣ x2 = 2-1 ਪ੍ਰਾਪਤ ਕਰ ਸਕਦੇ ਹਾਂ ਅਤੇ ਫਿਰ ਇਹ x3 ਜੋੜਿਆ ਜਾਵੇਗਾ ਜੋ 2 ਹੈ। ਇਸ ਲਈ 1 ਮਿਲੇਗਾ ਅਤੇ ਇਕੁਏਸ਼ਨ ਨੰਬਰ 1 ਤੋਂ ਕਿਉਂਕਿ x2 ਅਤੇ x3 ਪਤਾ ਹੈ ਅਸੀਂ x1 ਨੂੰ 4-x2 ਅਤੇ -x3 ਭਾਵ 2 ਪ੍ਰਾਪਤ ਕਰ ਸਕਦੇ ਹਾਂ। ਤਾਂ 4-3 1 ਹੈ ਤਾਂ ਸਾਨੂੰ ਇੱਕ ਵਾਰ ਇਹ ਫਾਰਮ ਮਿਲਣ ਤੇ ਸਾਨੂੰ ਇੱਥੇ ਇੱਕ ਸੋਲਿਊਸ਼ਨ ਮਿਲ ਗਿਆ ਹੈ। ਸਾਨੂੰ ਸੋਲਿਊਸ਼ਨ ਪ੍ਰਾਪਤ ਕਰਨ ਲਈ ਸਿਰਫ ਥੋੜੀ ਮੈਨੀਪਿਊਲੇਸ਼ਨ ਕਰਨੀ ਪਵੇਗੀ। x3 2 x2 1 ਅਤੇ x1 1 ਹੈ। ਜਿਸ ਨੂੰ ਅਸੀਂ ਗੌਸ ਐਲੀਮੀਨੇਸ਼ਨ ਦੀਆਂ ਟਰਮਜ਼ ਵਿੱਚ ਕਹਿੰਦੇ ਹਾਂ। ਅਸੀਂ ਇਸ ਨੂੰ ਬੈਕ ਸਬਸਟੀਟਿਊਸ਼ਨ ਕਹਿੰਦੇ ਹਾਂ ਜੋ ਅਸਲ ਵਿੱਚ ਤੀਜਾ ਸਟੈਪ ਹੈ। ਇਸ ਲਈ ਪਹਿਲਾ ਸਟੈਪ ਤੁਹਾਡੇ ਮੈਟ੍ਰਿਕਸ ਨੂੰ ਰਾਈਟ ਹੈਂਡ ਸਾਈਡ ਵੈਕਟਰ ਵਿੱਚ ਭਰਨਾ ਸੀ। ਇਸ ਔਗਮੈਂਟਡ ਮੈਟ੍ਰਿਕਸ ਵਿੱਚ ਦੂਸਰਾ ਇਹ ਹੈ ਕਿ ਇਹਨਾਂ ਰੋ ਆਪਰੇਸ਼ਨ ਨਾਲ ਇਸ ਐਸ਼ਲੋਨ ਫੋਰਮ ਘਟਾਉਣਾ ਹੈ। ਗੌਸ ਐਲੀਮੀਨੇਸ਼ਨ ਦਾ ਆਖਰੀ ਸਟੈਪ ਬੈਕ ਸਬਸਟੀਟਿਊਸ਼ਨ ਹੋ ਰਿਹਾ ਹੈ ਜਿੱਥੇ ਅਸੀਂ ਸਿਸਟਮ ਦਾ ਸੋਲਿਊਸ਼ਨ ਪ੍ਰਾਪਤ ਕਰਾਂਗੇ। ਇਸ ਲਈ ਬੈਕ ਸਬਸਟੀਟਿਊਸ਼ਨ ਅਸੀਂ ਇੱਥੇ ਹੇਠਾਂ ਤੋਂ 3 ਬਰਾਬਰ 6 ਆਖਰੀ ਇਕੁਏਸ਼ਨ ਨਾਲ ਸ਼ੁਰੂ ਕਰਾਂਗੇ। ਇਹ ਆਖਰੀ ਇਕੁਏਸ਼ਨ ਹੈ ਜੋ 3x3 = 6 ਹੈ। ਸਾਨੂੰ ਹਮੇਸ਼ਾ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਸ ਦੇ ਅਨੁਸਾਰੀ ਸਾਡੇ ਕੋਲ ਅਸਲ ਵਿੱਚ ਖੱਬੇ ਪਾਸੇ ਦਿੱਤਾ ਗਿਆ ਸਿਸਟਮ ਆਫ ਇਕੁਏਸ਼ਨਸ ਹੈ। ਇਸ ਲਈ ਇੱਥੇ ਸਾਡੇ ਕੋਲ ਅਸਲ ਵਿੱਚ 3x = 6 ਹੈ ਜਿਸ ਦਾ ਮਤਲਬ ਹੈ ਕਿ x3 ਇੱਥੇ 2 ਹੈ। ਫਿਰ ਇਹ x3 ਪਤਾ ਹੁੰਦਾ ਹੈ। ਇਸ ਤੋਂ ਅਸੀਂ ਹੁਣ ਸਟੈਪ ਬਾਏ ਸਟੈਪ ਅੱਗੇ ਵਧਾਂਗੇ। ਇਸ ਇਕੁਏਸ਼ਨ ਤੋਂ ਇੱਥੇ ਸਾਨੂੰ x2 ਵੇਰੀਏਬਲ ਮਿਲੇਗਾ। x2 -1 ਹੋਵੇਗਾ ਅਤੇ ਫਿਰ ਪਲੱਸ x3 ਜੋ 2 ਹੈ ਅਤੇ ਫਿਰ ਸਾਨੂੰ 1 ਮਿਲੇਗਾ। ਹੁਣ ਅਸੀਂ ਇੱਥੇ x1 ਤੇ ਹੋਰ ਅੱਗੇ ਜਾਵਾਂਗੇ ਅਤੇ ਫਿਰ ਸਾਡੇ ਕੋਲ ਇਹ 4 x2 -x3 -x2 ਅਤੇ -x3 ਹੈ ਅਤੇ ਇਹ 1 ਦੇ ਇਕੁਅਲ ਹੈ। ਸਾਡੇ ਕੋਲ x1 = 1 x2 = 1 ਅਤੇ x3 = 2 ਹੈ। ਇੱਕ ਵਾਰ ਸਾਡੇ ਕੋਲ ਇਕੁਏਸ਼ਨ ਦੀ ਇਹ ਐਸ਼ਲੋਨ ਫੋਰਮ ਹੋਣ ਤੇ ਅਸੀਂ ਇਸ ਬੈਕ ਸਬਸਟੀਟਿਊਸ਼ਨ ਤੋਂ ਸੋਲਿਊਸ਼ਨ ਪ੍ਰਾਪਤ ਕਰਦੇ ਹਾਂ। ਇੱਥੇ ਨੋਟ ਕੀਤੇ ਜਾਣ ਵਾਲੇ ਕੁਝ ਹੋਰ ਪੁਆਇੰਟ ਹਨ। ਅਸੀਂ ਉਹਨਾਂ ਨੂੰ ਅਗਲੇ ਲੈਕਚਰ ਵਿੱਚ ਉਹਨਾਂ ਦੀ ਦੁਬਾਰਾ ਪੜਚੋਲ ਕਰਾਂਗੇ। ਇਸ ਲਈ ਜੋ ਅਸੀਂ ਦੇਖਿਆ ਹੈ ਕਿ ਸਾਡੇ ਕੋਲ ਇੱਕ ਯੂਨੀਕ ਸੋਲਿਊਸ਼ਨ ਹੈ। ਸਾਨੂੰ ਸਿਸਟਮ ਦਾ ਸੋਲਿਊਸ਼ਨ 1-1-2 ਦੇ ਰੂਪ ਵਿੱਚ ਮਿਲਿਆ ਹੈ ਅਤੇ ਸੱਚਮੁੱਚ ਇਹ ਸਿਸਟਮ ਦਾ ਯੂਨੀਕ ਸੋਲਿਊਸ਼ਨ ਹੈ। ਅਸੀਂ ਸਮੀਕਰਨਾਂ ਤੋਂ ਸਿੱਧਾ ਸੋਲਿਊਸ਼ਨ ਪ੍ਰਾਪਤ ਕਰਨ ਦੀ ਕੋਈ ਹੋਰ ਸੰਭਾਵਨਾ ਨਹੀਂ ਵੇਖਦੇ। ਪਰ ਹੁਣ ਅਸੀਂ ਇਸ ਨੂੰ ਪੇਸ਼ ਕਰਨ ਜਾ ਰਹੇ ਹਾਂ ਕਿ ਇੱਥੇ ਇਸ ਪਹਿਲੀ ਰੋ ਵਿੱਚ ਜਾਂ ਇਸ ਪਹਿਲੇ ਕਾਲਮ ਵਿੱਚ ਇਹ ਨੰਬਰ ਹਨ। ਇਹਨਾਂ ਨੂੰ ਪਿਵਟ ਐਲੀਮੈਂਟਸ ਕਹਿੰਦੇ ਹਨ। ਇਸ ਨੂੰ ਪਿਵਟ ਐਲੀਮੈਂਟ ਕਹਿੰਦੇ ਹਨ ਅਤੇ ਪਿਵਟ ਐਲੀਮੈਂਟ ਹਮੇਸ਼ਾ ਨਾਨ-ਜ਼ੀਰੋ ਐਲੀਮੈਂਟ ਹੁੰਦੇ ਹਨ ਅਤੇ ਇਸ ਦੇ ਹੇਠਾਂ ਸਭ ਕੁਝ 0 ਹੋਣਾ ਚਾਹੀਦਾ ਹੈ। ਹੁਣ ਇੱਥੇ ਜਦੋਂ ਅਸੀਂ ਅਗਲੀ ਰੋ ਜਾਂ ਅਗਲੇ ਕਾਲਮ ਤੇ ਆਉਂਦੇ ਹਾਂ ਤਾਂ ਇਹ ਨੰਬਰ ਫਿਰ ਪਿਵਟ ਹੁੰਦਾ ਹੈ ਕਿਉਂਕਿ ਇੱਥੇ ਸਭ ਕੁਝ 0 ਅਤੇ ਖੱਬੇ ਤੋਂ ਵੀ 0 ਹੁੰਦਾ ਹੈ। ਇਸ ਸਬ ਮੈਟ੍ਰਿਕਸ ਵਿੱਚ ਵੀ ਸਭ ਕੁਝ 0 ਹੁੰਦਾ ਹੈ। ਅੱਗੇ ਵੀ ਇੱਕ ਪਿਵਟ ਐਲੀਮੈਂਟ ਹੈ ਕਿਉਂਕਿ ਇਹ ਨਾਨ-ਜ਼ੀਰੋ ਹੈ ਅਤੇ ਸਭ ਕੁਝ 0 ਤੋਂ ਖੱਬੇ ਪਾਸੇ ਹੈ ਅਤੇ ਇੱਥੇ ਕੁਝ ਵੀ ਨਹੀਂ ਹੈ ਕਿਉਂਕਿ ਇਹ ਮੈਟ੍ਰਿਕਸ 3x3 ਸੀ। ਅਜਿਹੇ ਨਾਨ-ਜ਼ੀਰੋ ਐਲੀਮੈਂਟਸ ਨੂੰ ਪਿਵਟ ਕਿਹਾ ਜਾਵੇਗਾ ਕਿਉਂਕਿ ਇਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹੁਣ ਸੋਲਿਊਸ਼ਨ ਦੀ ਹੋਂਦ-ਅਣਹੋਂਦ ਬਾਰੇ ਸੋਲਿਊਸ਼ਨ ਦੀ ਕੰਸਿਸਟੈਂਸੀ ਬਾਰੇ ਚਰਚਾ ਕਰ ਰਿਹਾ ਹਾਂ। ਜੇ ਅਸੀਂ ਇੱਥੇ ਪਿਵਟਸ ਦੀ ਸੰਖਿਆ ਲਿਖਣਾ ਪਸੰਦ ਕਰਦੇ ਹਾਂ ਤਾਂ ਇੱਥੇ ਸਾਡੇ ਕੋਲ ਕਿੰਨੇ ਪਿਵਟ ਹਨ? ਸਾਡੇ ਕੋਲ 1 ਪਿਵਟ ਹੈ, ਸਾਡੇ ਕੋਲ 2 ਪਿਵਟ ਹਨ, ਸਾਡੇ ਕੋਲ 3 ਪਿਵਟਸ ਹਨ। ਸਾਡੇ ਸਿਸਟਮ ਵਿੱਚ, ਇਸ ਔਗਮੈਂਟਡ ਮੈਟ੍ਰਿਕਸ ਵਿੱਚ, ਸਾਡੇ ਮੈਟ੍ਰਿਕਸ ਵਿੱਚ 3 ਪਿਵਟਸ ਹਨ। ਇੱਥੇ ਪਿਵਟਸ ਦੀ ਸੰਖਿਆ ਅਗਿਆਤਾਂ ਦੀ ਸੰਖਿਆ ਦੇ ਇਕੁਅਲ ਹੈ ਕਿ ਸਾਡੇ ਕੋਲ ਇੱਥੇ ਕਿੰਨੇ ਅਗਿਆਤ ਹਨ। ਸਾਡੇ ਕੋਲ ਇੱਥੇ 3 ਅਗਿਆਤ x1 x2 x3 ਹਨ। ਇਹ ਸੰਖਿਆ ਅਗਿਆਤਾਂ ਦੀ ਸੰਖਿਆ ਦੇ ਇਕੁਅਲ ਹੈ। ਫਿਰ ਸਾਡੇ ਕੋਲ ਬਿਲਕੁਲ ਯੂਨੀਕ ਸੋਲਿਊਸ਼ਨ ਹੈ। ਇਹ ਇੱਕ ਯੂਨੀਕ ਸੋਲਿਊਸ਼ਨ ਦੀ ਸਥਿਤੀ ਹੈ ਕਿਉਂਕਿ ਸਾਡੇ ਪਿਵਟਸ ਦੀ ਸੰਖਿਆ ਅਗਿਆਤਾਂ ਦੀ ਸੰਖਿਆ ਦੇ ਇਕੁਅਲ ਹੈ ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਕਹਿੰਦੇ ਹਾਂ ਕਿਉਂਕਿ ਹਰੇਕ ਕਾਲਮ ਪੈਰਲਲ ਹੁੰਦਾ ਹੈ। ਹਰੇਕ ਕਾਲਮ ਇੱਕ ਵੇਰੀਏਬਲ ਨਾਲ ਐਸੋਸੀਏਟਡ ਹੁੰਦਾ ਹੈ। x1 ਨਾਲ ਪਹਿਲਾ ਇਹ x2 ਨਾਲ ਐਸੋਸੀਏਟਡ ਹੈ। ਇਹ x3 ਨਾਲ ਐਸੋਸੀਏਟਡ ਹੈ
ਕਿਉਂਕਿ ਜੇ ਤੁਹਾਨੂੰ ਯਾਦ ਹੈ ਕਿ ਅਸੀਂ ਇਸ ਨੂੰ x b ਲਿਖ ਸਕਦੇ ਹਾਂ, ਮੇਰਾ ਮਤਲਬ ਇਸ ਪ੍ਰੋਡਕਟ ਨੂੰ ਇੱਥੇ ਇਸ ਕਾਲਮ ਦੀਆਂ ਟਰਮਜ਼ ਵਿੱਚ ਇੱਥੇ 100 ਨੂੰ x1 ਨਾਲ ਗੁਣਾ ਕੀਤਾ ਗਿਆ ਹੈ, ਫਿਰ ਦੂਜੇ ਨੂੰ x2 ਨਾਲ ਗੁਣਾ ਕੀਤਾ ਜਾਵੇਗਾ, ਤੀਜੇ ਕਾਲਮ ਨੂੰ x3 ਨਾਲ ਗੁਣਾ ਕੀਤਾ ਜਾਵੇਗਾ। ਇਹ ਪਹਿਲਾ ਕਾਲਮ ਇੱਥੇ x1 ਨਾਲ ਇਸ x2 ਨਾਲ ਇਸ x3 ਨਾਲ ਐਸੋਸੀਏਟਡ ਹੈ। ਜੇ ਹਰੇਕ ਕਾਲਮ ਦੀ ਮੇਰਾ ਮਤਲਬ ਸੰਖਿਆ ਵਿੱਚ ਇੱਕ ਪਿਵਟ ਹੈ, ਤਾਂ ਅਸੀਂ ਦੂਜੇ ਤਰੀਕੇ ਨਾਲ ਇਸ ਨੂੰ ਇਸ ਤਰ੍ਹਾਂ ਰੱਖ ਸਕਦੇ ਹਾਂ ਕਿ ਜੇ ਉਸ ਕਾਲਮ ਵਿੱਚ ਹਰੇਕ ਕਾਲਮ ਦਾ ਇੱਕ ਪਿਵਟ ਹੋਵੇ ਤਾਂ ਇਸ ਸਥਿਤੀ ਵਿੱਚ ਸੋਲਿਊਸ਼ਨ ਇੱਕ ਯੂਨੀਕ ਸੋਲਿਊਸ਼ਨ ਹੋਵੇਗਾ। ਇਸ ਲਈ ਹਰ ਕਾਲਮ ਦਾ ਇੱਕ ਪਿਵਟ ਹੁੰਦਾ ਹੈ, ਅਤੇ ਇਹ ਬਿਲਕੁਲ ਉਹੀ ਹੁੰਦਾ ਹੈ ਜਦੋਂ ਸਾਡੇ ਕੋਲ ਯੂਨੀਕ ਸੋਲਿਊਸ਼ਨ ਹੁੰਦਾ ਹੈ। ਇਹਨਾਂ ਪਿਵਟਸ ਤੇ ਥੋੜੀ ਹੋਰ ਪੜਚੋਲ ਕੀਤੀ ਜਾਵੇਗੀ। ਇੱਥੇ ਇਸ ਸੰਕਲਪ ਦੀ ਇੱਕ ਬਹੁਤ ਹੀ ਮੂਲ ਜਾਣ ਪਛਾਣ ਹੈ। ਅਸੀਂ ਸਿਰਫ ਇਸ 3/3 ਮੈਟ੍ਰਿਕਸ ਤੇ ਵਿਚਾਰ ਕਰ ਰਹੇ ਹਾਂ। ਅਸੀਂ ਅਗਲੇ ਲੈਕਚਰ ਵਿੱਚ ਇਹਨਾਂ ਪਿਵਟਸ ਅਤੇ ਐਸ਼ਲੋਨ ਫਾਰਮ ਬਾਰੇ ਵਧੇਰੇ ਗੱਲ ਕਰਾਂਗੇ। ਹੁਣ ਉਦਾਹਰਣ ਨੰਬਰ 2 ਤੇ ਜਾ ਰਹੇ ਹਾਂ। ਅਸੀਂ ਹੁਣ ਉਦਾਹਰਣ ਨੂੰ ਬਦਲ ਦਿੱਤਾ ਹੈ। ਇਹ ਆਗਮੈਂਟਡ ਮੈਟ੍ਰਿਕਸ ਨੂੰ ਇਸ ਰੂਪ ਵਿੱਚ ਲਿਆ ਹੈ, ਅਤੇ ਉਸ ਐਲੀਮੈਂਟਰੀ ਟਰਾਂਸਫਾਰਮੇਸ਼ਨ ਨੂੰ ਲਗਾ ਕੇ ਜੋ ਅਸੀਂ ਪਹਿਲਾਂ ਵੀ ਉਹੀ ਟਰਾਂਸਫਾਰਮੇਸ਼ਨ ਕੀਤੀ ਹੈ, ਕਿਉਂਕਿ ਮੈਟ੍ਰਿਕਸ ਵਿੱਚ ਸਿਰਫ ਥੋੜੀ ਜਿਹੀ ਤਬਦੀਲੀ ਹੈ। ਦੁਬਾਰਾ ਫਿਰ ਇਸ ਐਲੀਮੈਂਟ ਨੂੰ ਪਹਿਲੀ ਰੋ ਤੋਂ 0 ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਇਸ ਰੋ ਤੋਂ 2 ਟਾਈਮਸ ਰੋ 1 ਨੂੰ ਸਬਟਰੈਕਟ ਕਰਨਾ ਪਵੇਗਾ। ਇਹ ਬਿਲਕੁਲ ਇੱਥੇ r2 - 2 r1 ਅਤੇ ਰੋ 1 ਦੀ ਮਦਦ ਨਾਲ ਇਸ 0 ਨੂੰ ਬਣਾਉਣ ਲਈ ਲਿਖਿਆ ਗਿਆ ਹੈ। ਸਾਨੂੰ ਸਿਰਫ ਰੋ 1 ਨੂੰ ਸਬਟਰੈਕਟ ਕਰਨਾ ਪਵੇਗਾ। ਇਸ ਦੋ ਆਪਰੇਸ਼ਨਸ ਦੇ ਨਾਲ ਸਾਨੂੰ ਇਸ ਫਾਰਮ ਵਿੱਚ 1 ਮਿਲੇਗਾ। ਫਿਰ ਸਾਡੇ ਕੋਲ 0 ਹੈ, ਜੋ ਇਸ ਐਲਗੋਰਿਦਮ ਵਿੱਚ ਇਕੁਏਸ਼ਨ ਨੰਬਰ 2 ਅਤੇ ਇਕੁਏਸ਼ਨ ਨੰਬਰ 3 ਤੋਂ ਇਸ x1 ਵੇਰੀਏਬਲ ਨੂੰ ਖਤਮ ਕਰਨ ਦਾ ਉਦੇਸ਼ ਸੀ। ਅਤੇ ਹੁਣ ਅਗਲਾ ਉਦੇਸ਼ ਇਹ ਹੈ ਕਿ ਸਮੀਕਰਨ ਨੰਬਰ 2 ਦੀ ਵਰਤੋਂ ਕਰਕੇ ਅਸੀਂ ਇਕੁਏਸ਼ਨ ਨੰਬਰ 3 ਤੋਂ x2 ਨੂੰ ਖਤਮ ਕਰ ਦੇਵਾਂਗੇ। ਇੱਥੇ ਇਸ ਦਾ ਮਤਲਬ ਹੈ ਕਿ r3 ਹੁਣ r3 - r2 ਹੋਵੇਗੀ, ਅਤੇ ਸਾਡੇ ਕੋਲ ਹੈ ਜਦੋਂ ਅਸੀਂ ਇਸ ਨੂੰ ਸਬਟਰੈਕਟ ਕਰਦੇ ਹਾਂ ਇਹ 0 ਹੋਵੇਗੀ, ਇਹ ਵੀ 0 ਹੋਵੇਗੀ ਅਤੇ ਇੱਥੇ 6 ਹੋਵੇਗੀ। ਹੁਣ ਅਸੀਂ ਕੀ ਦੇਖਦੇ ਹਾਂ, ਇਹ ਪਿਛਲੀ ਸਥਿਤੀ ਨਾਲੋਂ ਥੋੜਾ ਵੱਖਰਾ ਹੈ। ਅਸੀਂ ਪਿਛਲੀ ਇਕੁਏਸ਼ਨ ਨੂੰ ਨੇੜਿਓਂ ਵੇਖਦੇ ਹਾਂ ਕਿ ਇਸ ਆਖਰੀ ਇਕੁਏਸ਼ਨ ਤੋਂ ਜੋ ਅਸੀਂ ਇੱਥੇ ਪ੍ਰਾਪਤ ਕਰ ਰਹੇ ਹਾਂ 0 ਟਾਈਮਸ x1 0 ਟਾਈਮਸ x2 0 ਟਾਈਮਸ x3 ਬਿਲਕੁਲ ਉਹੀ ਹੈ ਜੋ ਸਾਡੇ ਕੋਲ x2 ਅਤੇ 0 ਟਾਈਮਸ x3 ਹੈ। ਰਾਈਟ ਹੈਂਡ ਸਾਈਡ 6 ਹਨ, ਭਾਵ ਜੋ ਅਸੀਂ ਪ੍ਰਾਪਤ ਕਰ ਰਹੇ ਹਾਂ ਉਹ 0 ਇਸ ਦੇ ਇਕੁਅਲ ਹੈ ਜੋ ਅਸੀਂ ਪਿਛਲੀ ਇਕੁਏਸ਼ਨ ਤੋਂ ਪ੍ਰਾਪਤ ਕਰ ਰਹੇ ਹਾਂ। ਇਹ ਉਹ ਪੁਆਇੰਟ ਹੈ ਜਿੱਥੇ ਇਹ ਇਸ ਗੌਸ ਐਲੀਮੀਨੇਸ਼ਨ ਟੈਕਨੀਕ ਨੂੰ ਇਸ ਐਸ਼ਲੋਨ ਫਾਰਮ ਤੱਕ ਘਟਾਉਣ ਦੀ ਮਦਦ ਕਰਦਾ ਹੈ, ਕਿਉਂਕਿ ਇੱਥੇ ਅਸੀਂ ਹੁਣ ਵੇਖ ਸਕਦੇ ਹਾਂ ਕਿ ਸਿਸਟਮ ਵਿੱਚ ਇਨਕਨਸਿਸਟੈਂਸੀ ਹੈ, ਕਿਉਂਕਿ ਸਾਨੂੰ ਨਹੀਂ ਦੇਖਣਾ ਚਾਹੀਦਾ ਸੀ, ਸਾਨੂੰ 0 ਦੇ ਇਕੁਅਲ ਨਹੀਂ ਮਿਲਣਾ ਚਾਹੀਦਾ। ਇਸ ਐਸ਼ਲੋਨ ਫਾਰਮ ਨੂੰ ਘਟਾ ਕੇ ਅਸੀਂ ਇਹ ਵੀ ਸਮਝ ਲਿਆ ਹੈ ਕਿ ਦਿੱਤਾ ਗਿਆ ਸਿਸਟਮ ਕੰਸਿਸਟੈਂਟ ਵਿੱਚ ਇਨਕਨਸਿਸਟੈਂਟ ਹੈ, ਮਤਲਬ ਫਿਰ ਇਸ ਦਾ ਕੋਈ ਸੋਲਿਊਸ਼ਨ ਨਹੀਂ ਹੈ, ਇਸ ਦਾ ਇੱਥੇ ਕੋਈ ਸੋਲਿਊਸ਼ਨ ਨਹੀਂ ਹੋ ਸਕਦਾ। ਇਸ ਨੂੰ ਸਿਰਫ ਇਸ ਐਸ਼ਲੋਨ ਫਾਰਮ ਤੱਕ ਘਟਾ ਕੇ ਅਸੀਂ ਦੇਖਦੇ ਹਾਂ ਕਿ ਸੋਲਿਊਸ਼ਨ ਪਤਾ ਹੈ ਕਿ ਸਿਸਟਮ ਦਾ ਕੋਈ ਸੋਲਿਊਸ਼ਨ ਨਹੀਂ ਹੈ, ਕਿਉਂਕਿ ਪਿਛਲੀ ਇਕੁਏਸ਼ਨ ਤੋਂ ਅਸੀਂ 0 = -6 ਪ੍ਰਾਪਤ ਕਰ ਰਹੇ ਹਾਂ। ਇਸ ਨੂੰ ਵੇਖ ਕੇ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਦਿੱਤੇ ਗਏ ਇਸ ਸਿਸਟਮ ਦਾ ਕੋਈ ਸੋਲਿਊਸ਼ਨ ਨਹੀਂ ਹੈ। ਸ਼ਬਦਾਂ ਦੇ ਰੂਪ ਵਿੱਚ ਪਿਵਟ ਦੀਆਂ ਟਰਮਜ਼ ਵਿੱਚ ਅਸੀਂ ਕਹਿੰਦੇ ਹਾਂ ਕਿ ਸੱਜੇ ਪਾਸੇ ਦੇ ਕਾਲਮ ਵਿੱਚ ਇੱਕ ਪਿਵਟ ਹੈ, ਕਿਉਂਕਿ ਹੁਣ ਇਹ ਇੱਥੇ ਪਿਵਟ ਹੈ ਅਤੇ ਇਹ ਦੂਜੀ ਰੋ ਵਿੱਚ ਜਾਂ ਦੂਜੇ ਕਾਲਮ ਵਿੱਚ ਪਿਵਟ ਹੈ। ਤੀਜੇ ਕਾਲਮ ਵਿੱਚ ਕੋਈ ਪਿਵਟ ਨਹੀਂ ਹੈ, ਕਿਉਂਕਿ ਇਹ ਪਿਵਟ ਨਹੀਂ ਹੋ ਸਕਦਾ ਕਿਉਂਕਿ ਇਸ ਵਿੱਚ 0 ਐਲੀਮੈਂਟ ਹਨ। ਪਿਵਟ ਇੱਕ ਨਾਨ-ਜ਼ੀਰੋ ਐਲੀਮੈਂਟ ਹੋਣਾ ਚਾਹੀਦਾ ਹੈ, ਪਰ ਇੱਥੇ ਇਸ ਨੰਬਰ ਨੂੰ ਵੇਖੋ, ਇਹ ਇੱਕ ਪਿਵਟ ਹੈ। ਇਹ ਸੰਤੁਸ਼ਟ ਹੋ ਗਿਆ ਕਿ ਸਭ ਕੁਝ 0 ਤੋਂ ਖੱਬੇ ਪਾਸੇ ਹੈ ਅਤੇ ਹੇਠਾਂ ਜਾਣ ਲਈ ਕੁਝ ਵੀ ਨਹੀਂ ਹੈ। ਸਾਡੇ ਕੋਲ ਇੱਥੇ ਸਹੀ ਸੱਜੇ ਪਾਸੇ ਦੇ ਕਾਲਮ ਵਿੱਚ ਇੱਕ ਪਿਵਟ ਹੁੰਦਾ ਹੈ, ਜੋ ਕਿ ਬਿਲਕੁਲ ਇਨਕਨਸਿਸਟੈਂਸੀ ਦੀ ਸਥਿਤੀ ਹੈ ਜਾਂ ਸਿਸਟਮ ਦਾ ਕੋਈ ਸੋਲਿਊਸ਼ਨ ਨਹੀਂ ਹੈ, ਕਿਉਂਕਿ ਇਸ ਸੱਜੇ ਪਾਸੇ ਦੇ ਕਾਲਮ ਵਿੱਚ ਇੱਕ ਪਿਵਟ ਹੁੰਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇਸ ਮੁੱਖ ਮੈਟ੍ਰਿਕਸ ਵਿੱਚ ਪਿਵਟ ਹੋਣਾ ਚਾਹੀਦਾ ਹੈ, ਨਾ ਕਿ ਇੱਥੇ ਇਸ ਸੱਜੇ ਪਾਸੇ ਦੇ ਕਾਲਮ ਵਿੱਚ ਜੋ ਇਸ ਰਾਈਟ ਹੈਂਡ ਸਾਈਡ ਵੈਕਟਰ b ਦੇ ਅਨੁਸਾਰੀ ਹੈ। ਠੀਕ ਹੈ, ਇਹ ਕੋਈ ਸੋਲਿਊਸ਼ਨ ਨਾ ਹੋਣ ਦੀ ਸਥਿਤੀ ਹੈ ਅਤੇ ਸਮੀਕਰਨਾਂ ਇਨਕਨਸਿਸਟੈਂਟ ਹਨ, ਅਤੇ ਇਸ ਲਈ ਸੋਲਿਊਸ਼ਨ ਐਗਜ਼ਿਸਟ ਨਹੀਂ ਕਰਦਾ। ਹੁਣ ਅਸੀਂ ਤੀਜੀ ਉਦਾਹਰਣ ਤੇ ਜਾਵਾਂਗੇ।
ਫਿਰ ਥੋੜਾ ਜਿਹਾ ਬਦਲਿਆ ਗਿਆ ਹੈ ਇੱਥੇ, ਪਰ ਅਸੀਂ ਉਹੀ ਆਪਰੇਸ਼ਨ ਲਗਾਵਾਂਗੇ ਜੋ ਇਸ ਨੂੰ ਸਾਡੇ 1 ਤੋਂ ਘਟਾ ਕੇ ਅਤੇ ਉਸੇ ਆਪਰੇਸ਼ਨ ਤੇ 3 ਮਾਈਨਸ ਕਰਾਂਗੇ ਕਿਉਂਕਿ ਉਦੇਸ਼ ਇਕੁਏਸ਼ਨ ਨੰਬਰ 3 ਤੋਂ ਇਹ x1 ਨੂੰ ਖਤਮ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਨੂੰ ਅਤੇ ਫਿਰ ਅੱਗੇ ਦੁਬਾਰਾ ਉਹੀ ਆਪਰੇਸ਼ਨ ਕਹਿੰਦੇ ਹਾਂ ਕਿਉਂਕਿ ਇਹ ਇਕੁਏਸ਼ਨ, ਮੇਰਾ ਮਤਲਬ ਇਸ ਰੋ ਨੂੰ ਅਸੀਂ ਇਕੁਏਸ਼ਨ ਰੋ 3 ਤੋਂ ਘਟਾਉਣਾ ਚਾਹੁੰਦੇ ਹਾਂ। ਇੱਥੇ ਇੱਕ ਐਲੀਮੈਂਟ ਹੈ, ਸਿਰਫ ਇਸ ਨੂੰ ਸਬਟਰੈਕਟ ਕਰੇਗਾ ਕਿ 3 3 ਮਾਈਨਸ R2 ਹੋਣਗੇ ਅਤੇ ਸਾਨੂੰ ਇਹ 0 ਇੱਥੇ ਵੀ 0 ਅਤੇ 0 ਮਿਲੇਗਾ ਇਸ ਲਈ ਹੁਣ ਇਹ ਪਿਛਲੀ ਸਥਿਤੀ ਨਾਲੋਂ ਵੱਖਰਾ ਹੈ। ਸਾਨੂੰ 0 ਦੇ ਇਕੁਅਲ ਕੋਈ ਚੀਜ਼ ਨਹੀਂ ਮਿਲ ਰਹੀ। ਸਾਨੂੰ ਆਖਰੀ ਇਕੁਏਸ਼ਨ ਪੂਰੀ ਤਰ੍ਹਾਂ 0 ਮਿਲ ਰਹੀ ਸੀ ਇਸ ਲਈ 0 ਦੇ ਇਕੁਅਲ ਹੈ ਕੋਈ ਸਮੱਸਿਆ ਨਹੀਂ ਹੈ। ਜਾਂ ਦੂਜੇ ਸ਼ਬਦਾਂ ਵਿੱਚ ਅਸੀਂ ਇੱਥੇ ਆਖਰੀ ਕਾਲਮ ਵਿੱਚ ਪਿਵਟ ਚਾਹੁੰਦੇ ਹਾਂ ਕਿਉਂਕਿ ਪਿਵਟ ਕੀ ਹਨ? ਅਸੀਂ ਇਹ ਇੱਕ ਪਿਵਟ ਐਲੀਮੈਂਟਸ ਹਾਂ ਅਤੇ ਜਿਵੇਂ ਕਿ ਮੈਂ ਕਿਹਾ ਕਿ ਉਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵੈਕਟਰ ਅਤੇ ਮੈਟ੍ਰਿਸਸ ਦੀਆਂ ਕਈ ਪ੍ਰਾਪਰਟੀਜ਼ ਬਾਰੇ ਵਿਚਾਰ ਵਟਾਂਦਰੇ ਵਿੱਚ, ਇੱਥੇ ਇਹ ਸਭ ਕੁਝ 0 ਹੈ ਅਤੇ ਇੱਥੇ ਹੁਣ ਸੱਜੇ ਪਾਸੇ ਆਉਣ ਲਈ ਕੁਝ ਵੀ ਬਚਿਆ ਨਹੀਂ ਹੈ। ਇਹ ਪਿਵਟ ਹੈ ਦੇਖੋ ਇਹ ਇੱਥੇ ਕੋਈ ਪਿਵਟ ਨਹੀਂ ਹੈ ਕਿਉਂਕਿ ਖੱਬੇ ਪਾਸੇ ਤੁਹਾਡੇ ਕੋਲ ਇੱਕ ਨਾਨ-ਜ਼ੀਰੋ ਐਲੀਮੈਂਟ ਹੈ ਇਸ ਲਈ ਪਿਵਟ ਲਈ ਇਹ ਖੱਬੇ ਅਤੇ ਹੇਠਲੇ ਹਿੱਸੇ ਨੂੰ ਵੀ 0 ਹੋਣਾ ਚਾਹੀਦਾ ਹੈ ਅਤੇ ਖੱਬੇ ਪਾਸੇ ਦੀ ਹਰ ਚੀਜ਼ 0 ਹੋਣੀ ਚਾਹੀਦੀ ਹੈ। ਸਾਡੇ ਕੋਲ ਇਹ ਪਿਵਟ ਹੈ ਇੱਥੇ ਸਾਡੇ ਕੋਲ ਇਹ ਐਲੀਮੈਂਟ ਪਿਵਟ ਵਜੋਂ ਹੈ। ਅਤੇ ਹੁਣ ਕਾਲਮ ਨੰਬਰ 3 ਜਾਂ ਰੋ ਨੰਬਰ 3 ਤੇ ਜਾਣ ਲਈ ਸਾਡੇ ਕੋਲ ਕੋਈ ਪਿਵਟ ਨਹੀਂ ਹੈ। ਇਸ ਲਈ ਕੋਈ ਸਮੱਸਿਆ ਨਹੀਂ ਹੈ ਪਰ ਘੱਟੋ ਘੱਟ ਆਖਰੀ ਖੱਬੇ ਪਾਸੇ ਦੇ ਕਾਲਮ ਵਿੱਚ ਵੀ ਪਿਵਟ ਨਹੀਂ ਹੈ। ਇਸ ਲਈ ਸਿਸਟਮ ਕੰਸਿਸਟੈਂਟ ਹੈ। ਸਿਸਟਮ ਕੰਸਿਸਟੈਂਟ ਹੈ ਭਾਵ ਸਾਡੇ ਕੋਲ ਸੋਲਿਊਸ਼ਨ ਹੋਣਗੇ ਅਤੇ ਅਸਲ ਵਿੱਚ ਇਸ ਸਥਿਤੀ ਵਿੱਚ, ਜਦੋਂ ਅਸੀਂ ਵੇਖਦੇ ਹਾਂ ਕਿ ਸਮੀਕਰਨਾਂ ਕੰਸਿਸਟੈਂਟ ਹਨ ਅਤੇ ਪਿਵਟ ਸੰਖਿਆ ਅਸਲ ਵਿੱਚ ਅਗਿਆਤ ਦੀ ਸੰਖਿਆ ਤੋਂ ਘੱਟ ਹੈ। ਇਸ ਸਥਿਤੀ ਵਿੱਚ ਸਾਨੂੰ ਸਿਰਫ 2 ਪਿਵਟ ਮਿਲੇ ਹਨ ਅਤੇ ਇੱਥੇ 3 ਅਗਿਆਤ ਸਨ। ਇਹ ਉਹ ਸਥਿਤੀ ਹੈ ਜਿੱਥੇ ਸਾਡੇ ਕੋਲ ਬੇਅੰਤ ਬਹੁਤ ਸਾਰੇ ਸੋਲਿਊਸ਼ਨ ਹਨ ਕਿਉਂਕਿ ਯੂਨੀਕ ਸੋਲਿਊਸ਼ਨਸ ਦੀ ਸਥਿਤੀ ਵਿੱਚ ਪਿਵਟ ਦੀ ਸੰਖਿਆ ਅਗਿਆਤ ਦੀ ਸੰਖਿਆ ਦੇ ਇਕੁਅਲ ਹੋਵੇਗੀ। ਇਸ ਸਥਿਤੀ ਵਿੱਚ ਸਾਡੇ ਕੋਲ ਬੇਅੰਤ ਬਹੁਤ ਸਾਰੇ ਸੋਲਿਊਸ਼ਨ ਹੋਣਗੇ ਅਤੇ ਫਿਰ ਟਰਮਜ਼ ਵਿੱਚ ਇਸ ਨੂੰ ਹੱਲ ਕਰਨ ਲਈ ਇੱਕ ਬਹੁਤ ਹੀ ਸਿਸਟੇਮੈਟਿਕ ਅਪਰੋਚ ਹੋਵੇਗੀ। ਜਦੋਂ ਸਾਡੇ ਕੋਲ ਬੇਅੰਤ ਬਹੁਤ ਸਾਰੇ ਸੋਲਿਊਸ਼ਨਸ ਦੀ ਸਥਿਤੀ ਹੋਵੇਗੀ, ਇਸ ਕਾਲਮ ਵਿੱਚ ਇੱਕ ਪਿਵਟ ਹੈ ਤੀਜੇ ਕਾਲਮ ਵਿੱਚ ਕੋਈ ਪਿਵਟ ਨਹੀਂ ਹੈ ਅਤੇ ਜਿਵੇਂ ਕਿ ਮੈਂ ਕਿਹਾ ਕਿ ਅਸੀਂ ਇਹ ਕਹਿੰਦੇ ਹਾਂ ਇਹ x1 ਦੇ ਅਨੁਸਾਰੀ ਹੈ, ਇਹ x2 ਦੇ ਅਨੁਸਾਰੀ ਹੈ ਅਤੇ ਇਹ x3 ਦੇ ਅਨੁਸਾਰੀ ਹੈ। ਇੱਥੇ x3 ਇਸ x3 ਦੇ ਅਨੁਸਾਰੀ ਹੈ ਕਾਲਮ ਵਿੱਚ ਕੋਈ ਪਿਵਟ ਨਹੀਂ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ x3 ਇੱਕ ਫਰੀ ਵੇਰੀਏਬਲ ਹੈ। ਕਿਉਂਕਿ ਇਸ x3 ਦੇ ਅਨੁਸਾਰੀ ਹੈ ਕਾਲਮ ਵਿੱਚ ਕੋਈ ਪਿਵਟ ਨਹੀਂ ਹੈ ਅਤੇ ਅਸੀਂ ਇਸ ਨੂੰ ਇੱਕ ਫਰੀ ਵੇਰੀਏਬਲ ਦੀ ਤਰ੍ਹਾਂ ਕਹਿੰਦੇ ਹਾਂ। ਫਰੀ ਮਤਲਬ ਅਸੀਂ ਇਸ ਨੂੰ ਇਸ ਤਰ੍ਹਾਂ ਚੁਣ ਸਕਦੇ ਹਾਂ ਜਿਵੇਂ ਅਸੀਂ ਚਾਹੁੰਦੇ ਹਾਂ। ਇਸ ਲਈ ਇਹ ਉਹੀ ਪੁਆਇੰਟ ਹੈ ਜਿੱਥੇ ਅਸੀਂ ਅਨੰਤ ਸੋਲਿਊਸ਼ਨਸ ਦੀ ਚਰਚਾ ਵਿੱਚ ਦਾਖਲ ਹੋ ਰਹੇ ਹਾਂ। ਅਤੇ ਕਿਉਂਕਿ ਇਹ ਫਰੀ ਵੇਰੀਏਬਲ ਹੈ, ਇਸ ਲਈ ਅਸੀਂ ਆਪਣੀ ਪਸੰਦ ਦੀ ਕੋਈ ਵੀ ਚੀਜ਼ ਚੁਣ ਸਕਦੇ ਹਾਂ ਅਤੇ ਉੱਥੇ ਹੁਣ ਅਸੀਂ ਅਜਿਹਾ ਕਰਾਂਗੇ। ਇੱਥੇ ਪਿਵਟ ਸੰਖਿਆ ਅਗਿਆਤ ਦੀ ਸੰਖਿਆ ਦੇ ਇਕੁਅਲ ਤੋਂ ਘੱਟ ਹੈ ਕਿਉਂਕਿ ਇੱਥੇ 2 ਪਿਵਟ ਅਤੇ 3 ਅਗਿਆਤ ਹਨ ਅਤੇ ਫਰੀ ਵੇਰੀਏਬਲ ਦੀ ਸੰਖਿਆ ਬਿਲਕੁਲ ਖੱਬੇ ਪਾਸੇ ਹੋਵੇਗੀ ਕਿਉਂਕਿ ਇਹ ਇੱਥੇ ਘਿਰਿਆ ਹੋਇਆ ਹੈ। ਸਾਡੇ ਕੋਲ ਪਿਵਟ ਹੈ x2 ਵਿੱਚ ਪਿਵਟ ਹੈ ਪਰ x3 ਵਿੱਚ ਇੱਕ ਪਿਵਟ ਨਹੀਂ ਹੈ। ਇਹ ਫਰੀ ਵੇਰੀਏਬਲ ਹੈ। ਫਰੀ ਵੇਰੀਏਬਲਾਂ ਦੀ ਸੰਖਿਆ n-r ਹੋਵੇਗੀ। n ਇੱਥੇ ਇਸ ਮੁੱਖ ਮੈਟ੍ਰਿਕਸ A ਵਿੱਚ ਕਾਲਮਾਂ ਦੀ ਗਿਣਤੀ ਹੈ ਜਾਂ ਅਗਿਆਤਾਂ ਦੀ ਸੰਖਿਆ ਅਤੇ ਇਸ r ਨੂੰ ਮਾਈਨਸ ਕਰਕੇ ਇਹ ਉਹ ਪਿਵਟ ਹਨ ਜੋ ਅਸੀਂ ਇਹ ਨਾਮ ਪਿਵਟ ਸੰਖਿਆ ਨੂੰ ਦਿੰਦੇ ਹਾਂ। ਹੁਣ ਸਾਡੇ ਕੋਲ ਸਾਡਾ ਸਿਸਟਮ ਕੀ ਹੈ ਜੋ ਇਸ ਰੂਪ ਵਿੱਚ ਰਿਡਿਊਸਡ ਕੀਤਾ ਗਿਆ ਹੈ, ਜਿੱਥੇ x3 ਨੂੰ ਅਸੀਂ ਫਰੀ ਵੇਰੀਏਬਲ ਵਜੋਂ ਦਰਸਾਇਆ ਹੈ। ਫਿਰ ਅਸੀਂ ਇਸ x3 ਦੀ ਚੋਣ ਕਰ ਸਕਦੇ ਹਾਂ ਕੁਝ ਅਲਫਾ ਇੱਕ ਰੀਅਲ ਨੰਬਰ ਹੈ। ਫਿਰ ਇੱਕ ਵਾਰ ਸਾਡੇ ਕੋਲ x3 ਹੈ ਫਿਰ ਇਕੁਏਸ਼ਨ ਨੰਬਰ 2 ਤੋਂ ਅਸੀਂ x2 ਨੂੰ ਪ੍ਰਾਪਤ ਕਰਾਂਗੇ। ਕਿਉਂਕਿ ਇਹ ਹੁਣ ਨਿਰਭਰ ਵੇਰੀਏਬਲ ਹਨ, ਇਸ ਲਈ x2 -1 ਅਤੇ +1 ਹੋਵੇਗਾ। ਪਲੱਸ ਅਲਫਾ -1 ਅਤੇ ਪਲੱਸ x3 ਜੋ ਅਲਫਾ ਹੈ ਇਸ ਲਈ -1 ਪਲੱਸ ਅਲਫਾ ਜੋ ਸਾਡੇ x2 ਹਨ ਅਤੇ ਸਾਡੇ ਕੋਲ x1 ਇਸ ਇਕੁਏਸ਼ਨ ਨੰਬਰ 1 ਤੋਂ 5 ਘਟਾਓ 2 ਅਲਫਾ ਹੈ, ਜਿਸ ਨੂੰ ਅਸੀਂ ਇਸ ਰੂਪ ਵਿੱਚ ਲਿਖ ਸਕਦੇ ਹਾਂ। ਇਸ ਲਈ x1, x2, x3 ਸਾਰੇ ਭਾਗਾਂ ਤੋਂ ਸਾਰੇ ਕੋਨਸਟੈਂਟ ਹਨ ਇਸ ਲਈ x1
ਦੇ 5 ਕੌਨਸਟੈਂਟ ਹਨ। ਇਸ ਅਲਫਾ ਨਾਲ ਇਹ -2 ਹੈ, ਇੱਥੇ ਸਾਡੇ ਕੋਲ -1 ਹੈ ਅਤੇ ਫਿਰ ਅਲਫਾ ਨਾਲ ਸਾਡੇ ਕੋਲ 1 ਹੈ ਉੱਥੇ x3 ਇਕੁਏਸ਼ਨ ਤੋਂ ਸਾਡੇ ਕੋਲ ਇੱਕ ਕੌਨਸਟੈਂਟ ਵਜੋਂ ਨਾਨ-ਜ਼ੀਰੋ ਹੈ। ਅਤੇ ਇਸ 1 ਨਾਲ ਇਹ ਅਲਫਾ। ਇਸ ਲਈ ਇਹ x ਦਾ ਸੋਲਿਊਸ਼ਨ 0 ਦੇ ਇਕੁਅਲ ਹੈ ਅਤੇ ਇਹ ਨਲ ਸਪੇਸ ਹੈ, ਜਿਸਨੂੰ ਅਸੀਂ ਨਲ ਸਪੇਸ ਕਹਾਂਗੇ ਅਤੇ ਇਸ ਤੇ ਵਧੇਰੇ ਵਿਚਾਰ ਵਟਾਂਦਰੇ ਨੂੰ ਅਸੀਂ ਥੋੜੀ ਦੇਰ ਬਾਅਦ ਕਰਾਂਗੇ। ਪਰ ਇਸੇ x ਦਾ ਸੋਲਿਊਸ਼ਨ 0 ਦੇ ਇਕੁਅਲ ਹੈ ਅਤੇ ਇੱਥੇ ਇੱਕ ਖਾਸ ਸੋਲਿਊਸ਼ਨ ਸਟਰਕਚਰ ਅਸੀਂ ਵੇਖਦੇ ਹਾਂ ਇੱਕ ਵਾਰ ਜਦੋਂ ਅਸੀਂ ਇਹ ਸੋਲਿਊਸ਼ਨ ਇੱਥੇ ਲਿਖਿਆ ਹੈ। ਇਸ ਦੇ ਦੋ ਭਾਗ ਹਨ, ਇੱਕ ਅਲਫਾ ਤੋਂ ਬਿਨਾਂ ਅਤੇ ਦੂਜਾ ਅਲਫਾ ਵਾਲਾ। ਅਤੇ ਇਹ ਭਾਗ ਇੱਥੇ -1 ਹੈ। ਇਹ ਬਿਲਕੁਲ x ਇਕੁਅਲ 0 ਨੂੰ ਸੰਤੁਸ਼ਟ ਕਰਦਾ ਹੈ। ਜੇ ਇਹ x ਇਕੁਅਲ 0 ਨੂੰ ਸੰਤੁਸ਼ਟ ਕਰਦਾ ਹੈ, ਇਹ ਅਲਫਾ ਟਾਈਮਸ ਇਹ ਵੀ ਸੰਤੁਸ਼ਟ ਕਰਦਾ ਹੈ ਕਿ x 0 ਦੇ ਇਕੁਅਲ ਹੈ। ਕਿਉਂਕਿ ਹਰੇਕ ਅਲਫਾ ਸਿਰਫ ਇੱਕ ਕੌਨਸਟੈਂਟ ਹੁੰਦਾ ਹੈ ਅਤੇ ਜੇ x ਇਸ x ਇਕੁਅਲ 0 ਨੂੰ ਸੰਤੁਸ਼ਟ ਕਰਦਾ ਹੈ, ਇਹ ਇਨਟੂ ਅਲਫਾ x ਵੀ x ਇਕੁਅਲ 0 ਨੂੰ ਸੰਤੁਸ਼ਟ ਕਰੇਗਾ। ਅਤੇ ਇਸ ਦਾ ਸੋਲਿਊਸ਼ਨ ਇਹ x ਇਕੁਅਲ 0 ਹੈ। ਕਿਉਂਕਿ ਇੱਥੇ ਬਹੁਤ ਸਾਰੇ ਸੋਲਿਊਸ਼ਨ ਹਨ, ਹਰੇਕ ਅਲਫਾ ਦੇ ਲਈ ਤੁਸੀਂ 1 ਲੈਂਦੇ ਹੋ, ਤੁਸੀਂ 2 ਲੈਂਦੇ ਹੋ, ਤੁਸੀਂ 1.5 ਵੀ ਲੈਂਦੇ ਹੋ, ਜੋ ਕਿ ਬਿਲਕੁਲ ਇਹ x ਇਕੁਅਲ 0 ਦਾ ਸੋਲਿਊਸ਼ਨ ਹੈ। ਬਾਅਦ ਵਿੱਚ ਅਸੀਂ ਇਸ ਤੇ ਆਵਾਂਗੇ, ਇਸ ਨੂੰ ਇਹਦਾ ਨਲ ਸਪੇਸ ਕਹਿੰਦੇ ਹਨ। ਨਲ ਸਪੇਸ ਕੁਝ ਵੀ ਨਹੀਂ ਹੋਵੇਗਾ ਪਰ ਸੋਲਿਊਸ਼ਨ ਇਹ x ਇਕੁਅਲ 0 ਦੇ ਸਾਰੇ ਇਕੱਠੇ ਸੋਲਿਊਸ਼ਨਜ਼ ਨੂੰ ਨਲ ਸਪੇਸ ਕਿਹਾ ਜਾਵੇਗਾ। ਇੱਥੇ ਅਲਫਾ ਤੋਂ ਬਿਨਾਂ ਇੱਕ ਕੌਨਸਟੈਂਟ ਹਿੱਸਾ ਦਿੱਤੇ ਗਏ ਸਿਸਟਮ ਇਹ x ਇਕੁਅਲ 0 ਦਾ ਇੱਕ ਪਾਰਟਿਕੂਲਰ ਸੋਲਿਊਸ਼ਨ ਹੈ। ਮਾਫ਼ ਕਰਨਾ, x b ਦੇ ਇਕੁਅਲ ਹੈ, ਇਸ ਲਈ ਇਹ 5 -1 0 ਸਾਡੀਆਂ ਸਮੀਕਰਨਾਂ ਨੂੰ ਸੰਤੁਸ਼ਟ ਕਰੇਗਾ ਅਤੇ ਇਹ ਮਾਈਨਸ ਤੋਂ 1 ਜਾਂ ਕਿਸੇ ਵੀ ਸੰਖਿਆ ਦੁਆਰਾ ਗੁਣਾ ਕੀਤਾ ਗਿਆ ਹੈ ਜੋ ਇਹ x ਇਕੁਅਲ 0 ਨੂੰ ਸੰਤੁਸ਼ਟ ਕਰੇਗਾ ਕਿ ਇਸ ਲਈ ਹੋਮੋਜੀਨੀਅਸ ਸਿਸਟਮ ਆਫ ਇਕੁਏਸ਼ਨਸ ਕਹਿੰਦੇ ਹਨ। ਇਹ ਸਾਡੇ ਦਿੱਤੇ ਗਏ ਸਿਸਟਮ ਦੇ ਅਨੁਸਾਰੀ ਹੈ, ਮਤਲਬ ਰਾਈਟ ਹੈਂਡ ਸਾਈਡ ਅਸੀਂ 0 0 ਤੇ ਸੈੱਟ ਕੀਤਾ ਹੈ। ਇਹ ਇੱਕ ਬਹੁਤ ਹੀ ਖਾਸ ਸਟਰਕਚਰ ਹੈ ਜਿਸ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਦੇ ਹਾਂ। ਇਸ ਲਈ ਹਮੇਸ਼ਾ ਸਾਡੇ ਕੋਲ ਇਹ ਹੋਵੇਗਾ ਕਿ ਸਾਡੇ x ਦਾ ਇਹ ਅਸੀਂ x b ਲਿਖ ਸਕਦੇ ਹਾਂ, ਇਸ ਲਈ ਦਿੱਤੇ ਗਏ ਸਿਸਟਮ ਦਾ ਇੱਕ ਪਾਰਟਿਕੂਲਰ ਸੋਲਿਊਸ਼ਨ ਅਤੇ ਪਲੱਸ ਇਹ ਹੋਮੋਜੀਨੀਅਸ ਸਿਸਟਮ ਦੇ ਸੋਲਿਊਸ਼ਨ ਦਾ। ਜਦੋਂ ਅਸੀਂ ਰਾਈਟ ਹੈਂਡ ਸਾਈਡ ਨੂੰ 0 ਤੇ ਸੈੱਟ ਕਰਦੇ ਹਾਂ, ਕੋਈ ਆਸਾਨੀ ਨਾਲ ਜਾਂਚ ਕਰ ਸਕਦਾ ਹੈ ਕਿ ਇਹ 2 ਇਕੁਅਲ 2 1 ਅਸਲ ਵਿੱਚ ਸੰਤੁਸ਼ਟ ਹੁੰਦਾ ਹੈ ਜਦੋਂ ਸਾਡੇ ਕੋਲ ਇੱਕ ਹੋਮੋਜੀਨੀਅਸ ਹੁੰਦਾ ਹੈ, ਮਤਲਬ ਕਿ ਰਾਈਟ ਹੈਂਡ ਸਾਈਡ 0 ਹੈ। ਇਹ ਮਾਈਨਸ ਤੋਂ 1 1 ਤੋਂ ਮਾਈਨਸ ਅਤੇ ਇੱਕ ਵਾਰ ਜਦੋਂ ਇਹ 0 ਦੇ ਇਕੁਅਲ ਹੁੰਦਾ ਹੈ ਤਾਂ ਇਹ ਸੰਤੁਸ਼ਟ ਹੁੰਦਾ ਹੈ। ਇਹ ਤਿੰਨੇ ਸਮੀਕਰਨ ਇਸ ਭਾਗ ਅਤੇ ਕਿਸੇ ਵੀ ਨੰਬਰ ਤੇ ਵੀ ਅਸੀਂ ਇਸ ਨਾਲ ਗੁਣਾ ਕਰ ਸਕਦੇ ਹਾਂ। ਇਹ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਰਾਈਟ ਹੈਂਡ ਸਾਈਡ 0 ਹੈ। ਇਹ ਭਾਗ ਬਿਲਕੁਲ ਇਹ x ਇਕੁਅਲ 0 ਦਾ ਸੋਲਿਊਸ਼ਨ ਹੈ ਜੋ ਇਸੇ x ਦੇ ਅਨੁਸਾਰੀ 0 ਦੇ ਇਕੁਅਲ ਹੈ, b ਇਕੁਏਸ਼ਨ ਦੇ ਇਕੁਅਲ ਹੈ। ਇਹ ਹਿੱਸਾ ਇੱਥੇ x ਇਕੁਅਲ 0 ਦੇ ਅਨੁਸਾਰੀ ਹੈ। ਇਹ ਇੱਕ ਪਾਰਟਿਕੂਲਰ ਸੋਲਿਊਸ਼ਨ ਹੈ ਜੋ ਇਸੇ x ਇਕੁਅਲ b ਦੀ ਇਕੁਏਸ਼ਨ ਨੂੰ ਬਿਲਕੁਲ ਸੰਤੁਸ਼ਟ ਕਰਦਾ ਹੈ। ਇਸ ਬਾਰੇ ਹੋਰ ਅਸੀਂ ਆਪਣੇ ਅਗਲੇ ਲੈਕਚਰ ਵਿੱਚ ਕੰਟੀਨਿਊ ਰੱਖਾਂਗੇ, ਜੋ ਅਸੀਂ ਇਸ ਐਲੀਮੀਨੇਸ਼ਨ ਟੈਕਨੀਕ ਦੀ ਇੱਕ ਬਹੁਤ ਹੀ ਮੂਲ ਜਾਣ ਪਛਾਣ ਨੂੰ ਵੇਖਿਆ ਹੈ ਅਤੇ ਖਾਸ ਕਰਕੇ ਬਹੁਤ ਹੀ ਮਹੱਤਵਪੂਰਨ ਇਹ ਐਸ਼ਲੋਨ ਫੋਰਮ ਜੋ ਅਸੀਂ ਘੱਟੋ ਘੱਟ 3/3 ਸਿਸਟਮ ਲਈ ਵੇਖੀ ਹੈ। ਇਸ ਐਸ਼ਲੋਨ ਫੋਰਮ ਦੇ ਆਧਾਰ ਤੇ ਅਸੀਂ ਸੋਲਿਊਸ਼ਨ ਬਾਰੇ ਗੱਲ ਕਰ ਸਕਦੇ ਹਾਂ, ਜਿਸ ਬਾਰੇ ਅਸੀਂ ਹੱਲ ਦੀ ਕੰਸਿਸਟੈਂਸੀ ਬਾਰੇ ਗੱਲ ਕਰ ਸਕਦੇ ਹਾਂ ਜਾਂ ਸੋਲਿਊਸ਼ਨ ਦੀ ਇਨਕਨਸਿਸਟੈਂਸੀ। ਯੂਨੀਕ ਸੋਲਿਊਸ਼ਨ ਦੀਆਂ ਇਹ ਸਾਰੀਆਂ ਸਥਿਤੀਆਂ ਵਿੱਚ ਬੇਅੰਤ ਸਾਰੇ ਸੋਲਿਊਸ਼ਨ ਹਨ, ਜਿਨ੍ਹਾਂ ਬਾਰੇ ਇਸ ਐਸ਼ਲੋਨ ਫੋਰਮ ਦੀ ਮਦਦ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਇਹ ਉਹ ਹਵਾਲੇ ਹਨ ਜੋ ਲੈਕਚਰ ਤਿਆਰ ਕਰਨ ਲਈ ਵਰਤੇ ਜਾਂਦੇ ਹਨ। ਧੰਨਵਾਦ।